ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਗਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਹੋਵੈ। ਗੁਰ ਨਵਨਿਤ ਦਰਿਆਉ ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਸਵੇਰ ਸਮੇਂ ਸਤ ਸੰਗਤ ਦਾ ਸਮਾਂ ਅਸੀਂ ਮਾਣ ਪਾ ਰਹੇ ਹਾਂ। ਅਜੇ ਹੁਣੇ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਜੋ ਅੱਜ ਦਾ ਗੁਰਬਚਨ ਹੈ, ਗੁਰਵਾਕ, ਉਸ ਦਾ ਪਾਠ ਗਿਆਨੀ ਜੀ ਸਾਨੂੰ ਸਰਵਣ ਕਰਾ ਰਹੇ ਸੀ। ਇਹ ਰਚਨਾ ਰਾਗ ਧਨਹਾਸਰੀ ਦੀ ਹੈ। ਮਹਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਜੀ ਨਾਨਕ ਜੋਤ ਦਾ ਪੰਜਵਾਂ ਜਾਮਾ ਇਸ ਬਚਨ ਨੂੰ ਉਚਰਿਤ ਕਰ ਰਿਹਾ ਹੈ। ਦੋ ਪਦਿਆਂ ਦਾ ਇੱਕ ਗੁਰਵਾਕ ਹੈ, ਬਹੁਤ ਲੰਮੇਰਾ ਨਹੀਂ। ਮਰਿਆਦਿਤ ਢੰਗ ਦੇ ਨਾਲ ਵਿਚਾਰ ਦਾ ਆਗਾਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਖਾਕਸਾਰ ਦੁਆਰਾ ਬੁਲਾਈ ਗਈ ਫਤਿਹ ਪ੍ਰਵਾਨ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਪਤਾ ਹੈ, ਮੁੱਖ ਸੁਨੇਹਾ ਜਿਹਦੇ ਵਿੱਚ ਆ ਸਭ ਜ਼ਿਕਰ ਕਰਦੇ ਨੇ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ ਰਹਾਓ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਅਕਾਲ ਪੁਰਖ ਵਾਹਿਗੁਰੂ ਜਿਹਦੀ ਪ੍ਰਭਤਾ, ਜਿਹਦੀ ਮਾਨਤਾ, ਜਿਹਦਾ ਹੁਕਮ ਚਾਰ ਚੁਫੇਰੇ ਪੂਰੀ ਕਾਇਨਾਤ ਦੇ ਵਿੱਚ ਚੱਲ ਰਿਹਾ ਹੈ, ਉਸ ਪ੍ਰਭ ਦੀ ਗੱਲ ਹੋ ਰਹੀ ਹੈ। ਤੇ ਕਿਹਾ ਗਿਆ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਮੇਰਾ ਚਿੱਤ ਉਹਦੇ ਨਾਲ ਲੱਗ ਗਿਆ ਹੈ। ਇਸ ਨੂੰ ਥੋੜ੍ਹਾ ਜੇ ਵਿਸਥਾਰ ਵਿੱਚ ਸਮਝਣਾ ਹੋਏ ਤਾਂ ਇਸ ਤਰ੍ਹਾਂ ਜਾਣੋ ਕਿ ਕੁਦਰਤ ਨੇ ਜੋ ਇਹ ਸਭ ਮੰਜ਼ਰਿਆਮ ਕੀਤਾ ਸਾਨੂੰ। ਅਸੀਂ ਸ਼ਬਦ ਪੜ੍ਹਦੇ ਹਾਂ, ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਤੁਸੀਂ ਪੂਰੇ ਯੂਨੀਵਰਸ ਨੂੰ ਦੇਖ ਲਓ, ਬ੍ਰਹਮੰਡ ਨੂੰ ਦੇਖ ਲਓ, ਤੁਸੀਂ ਆਪਣੇ ਪਿੰਡ ਨੂੰ ਦੇਖ ਲਓ, ਜਿਸ ਜਿਹਨੂੰ ਅਸੀਂ ਪੰਜਾਬੀ 'ਚ ਪਿੰਡਾ ਕਹਿ ਦਿੰਦੇ ਹਾਂ, ਜੀਵਨ, ਸਰੀਰ। ਸੋ ਇਹਦੇ 'ਚ ਆਪ ਦੇਖੋਗੇ ਕਿ ਜਿਵੇਂ ਸਾਡਾ ਸਰੀਰ ਆ, ਅਸੀਂ ਕਹਿ ਤੇ ਦਿੰਦੇ ਹਾਂ ਵੀ ਸਰੀਰ ਹੈ, ਇੱਕ ਹੈ, ਇਕਾਈ ਹੈ ਇਸ ਰੂਪ ਦੇ ਵਿੱਚ। ਪਰ ਇਹਦੇ 'ਚ ਜਿਹੜੇ ਸਾਡੇ ਗਿਆਨ ਇੰਦਰੇ ਨੇ, ਕਰਮ ਇੰਦਰੇ ਨੇ, ਇਹ ਸਾਰੇ ਆਪੋ ਆਪਣਾ ਰੋਲ ਪਲੇ ਕਰਦੇ ਨੇ। ਹਰ ਇੱਕ ਦਾ ਆਪਣਾ ਰੋਲ ਹੈ ਜੋ ਰਾਖਵਾਂ ਹੈ, ਜਿਹਦੇ ਵਿੱਚ ਬਿਨਾਂ ਸ਼ੱਕ ਸਰੀਰ ਦਾ ਦੂਸਰਾ ਅੰਗ ਉਤਨਾ ਹੀ ਕਾਰਗਰ ਹੈ, ਪਰ ਆਪਣੇ ਖੇਤਰ ਵਿੱਚ ਜੋ ਜਿਹਦਾ ਕਾਰਜ ਖੇਤਰ ਹੈ ਉਹਦੇ ਵਾਸਤੇ ਉਸੇ ਇੰਦਰੇ ਦੀ ਆਵਸ਼ਕਤਾ, ਤੇ ਉਹੀ ਉਸ ਕਾਰਜ ਨੂੰ ਜਿਹੜਾ ਨਿਪੁੰਨ ਕਰ ਸਕਦਾ ਹੈ। ਜਿਵੇਂ ਸਰਲ ਭਾਵ ਵਿੱਚ ਬਿਆਨ ਕਰਦਾ ਹਾਂ, ਜੋ ਕਾਰਜ ਪੈਰਾਂ ਨੇ ਕਰਨਾ ਹੈ ਉਹ ਹੱਥ ਨਹੀਂ ਕਰ ਸਕਦੇ। ਆਪ ਦੇਖੋਗੇ ਕਿ ਪੈਰਾਂ ਨਾਲ ਅਸੀਂ ਸਾਰਾ ਵਜਨ ਪੈਰ ਚੁੱਕਦੇ ਨੇ, ਤੁਰਦੇ ਹਾਂ, ਨੱਠ ਭੱਜ ਸਭ ਇਹ ਪੈਰਾਂ ਦੇ ਸਦਕਾ ਹੁੰਦੀ ਹੈ। ਹੱਥ ਹਾਂ ਵੱਖਰਾ ਕਾਰਜ ਖੇਤਰ ਹੈ ਉਹਨਾਂ ਦਾ, ਉਹ ਸਾਨੂੰ ਹਰ ਤਰ੍ਹਾਂ ਦੀ ਜਿਹੜੀ ਅਸੀਂ
ਕਾਰਗੁਜ਼ਾਰੀ ਕਰਨੀ ਹੈ, ਜਿਹਨੂੰ ਅਸੀਂ ਕੰਮ ਕਰਨਾ ਕਹਿੰਦੇ ਹਾਂ। ਹੱਥਾਂ ਦੇ ਨਾਲ ਅਸੀਂ ਹਰ ਤਰ੍ਹਾਂ ਦੇ ਜੋ ਕਾਰਜ ਨੇ ਉਹਨਾਂ ਨੂੰ ਨੇਪਰੇ ਚਾੜਦੇ ਆ। ਸੋ ਇਨ ਬਿਨ ਜੇ ਅਸੀਂ ਸਾਡੀਆਂ ਆਪਣੀਆਂ ਸੈਂਸਿਸ ਵਾਲੇ ਪਾਸੇ ਆ ਜਾਈਏ ਤੇ ਸੈਂਸਿਸ ਵਿੱਚ ਆਪ ਦੇਖੋਗੇ ਇੱਕ ਕਾਰਜ ਖੇਤਰ ਅੱਖਾਂ ਦਾ ਹੈ ਤੇ ਇੱਕ ਕਾਰਜ ਖੇਤਰ ਕੰਨਾਂ ਦਾ ਹੈ। ਹੁਣ ਅੱਖਾਂ ਨੇ ਸਾਨੂੰ ਹਰ ਚੀਜ਼ ਦਾ ਰੂਪ ਦਿਖਾਉਣਾ ਆ, ਸਾਨੂੰ ਰੰਗ ਰੂਪ ਜਿਹੜਾ ਆਲੇ ਦੁਆਲੇ ਜੋ ਕੁਝ ਵੀ ਨਜ਼ਰਿਆਬ ਹੈ ਇਹ ਅੱਖ ਮੰਜ਼ਰ ਕਰਦੀ ਹੈ। ਕੰਨ, ਅੱਖਾਂ ਨੂੰ ਤੁਸੀਂ ਬੰਦ ਕਰ ਲਓ ਤੇ ਕੰਨਾਂ ਦੇ ਨਾਲ ਜਿੰਨਾ ਮਰਜ਼ੀ ਆਲੇ ਦੁਆਲੇ ਐਫਰਟ ਪਾਓ, ਕੰਨ ਤੁਹਾਨੂੰ ਦੁਨੀਆ ਦੇ ਰੰਗ ਨਹੀਂ ਵਿਖਾ ਸਕਦੇ, ਦੁਨੀਆ ਦੀ ਜਿਹੜੀ ਸ਼ਕਲੋ ਸੂਰਤ ਆ ਉਹ ਨਹੀਂ ਵਿਖਾ ਸਕਦੇ। ਇਨ ਬਿਨ ਜੋ ਕੰਨਾਂ ਦਾ ਕਾਰਜ ਹੈ, ਜਿਵੇਂ ਹੁਣ ਮੈਂ ਬੋਲ ਰਿਹਾ ਵਾਂ ਤੇ ਬੋਲਣ ਦੇ ਦੌਰਾਨ ਆਪ ਜੇ ਸੁਣ ਪਾ ਰਹੇ ਹੋ ਤਾਂ ਉਹਦੇ 'ਚ ਕੰਨ ਹਿੱਸਾ ਪਾ ਰਹੇ ਨੇ, ਉਹਨਾਂ ਦਾ ਕਾਰਜ ਹੈ। ਇਹਦੇ ਲਈ ਕੰਨਾਂ ਨੂੰ 2 ਪਲ ਲਈ ਬਿਲਕੁਲ ਬੰਦ ਕਰ ਦਈਏ, ਜੇ ਕਿਤੇ ਏਅਰ ਟਾਈਟ ਇਹਦੇ ਉੱਤੇ ਕੋਈ ਚੀਜ਼ ਲਗਾ ਕੇ, ਤੇ ਅੱਖਾਂ ਨਾਲ ਜਿੰਨਾ ਮਰਜ਼ੀ ਵੇਖਿਆ ਜਾਏ ਬਾਤ ਨਹੀਂ ਪਕੜੇ ਜਾਏਗੀ। ਹਾਂ, ਅੰਦਾਜ਼ਾ ਥੋੜ੍ਹਾ ਬਹੁਤਾ ਬੰਦਾ ਲਾ ਸਕਦਾ ਵੀ ਆਹ ਬੋਲਿਆ ਜਾ ਰਿਹਾ, ਪਰ ਐਕਚੁਅਲ ਲੈਵਲ 'ਤੇ ਜੋ ਕਹੀ ਜਾ ਰਹੀ ਚੀਜ਼ ਹੈ ਉਹ ਅੱਖਾਂ ਨਹੀਂ ਫੜ ਸਕਦੀਆਂ, ਸਰੋਤ ਹੋ ਨਹੀਂ ਸਕਦੀ। ਸਰੋਤ ਕੰਨ ਹੀ ਕਰਨਗੇ। ਤੁਸੀਂ ਹੋਰ ਦੇਖੋ, ਡੀਪ ਤੋਂ ਡੀਪ ਲੈਵਲ 'ਤੇ ਆ ਜਾਓ, ਜਿਸ ਇੰਦਰੇ ਦਾ, ਜਿਸ ਸੈਂਸ ਦਾ ਉਹ ਕਾਰਜ ਆ, ਉਸੇ ਨੇ ਹੀ ਉਹ ਨੇਪਰੇ ਚਾੜਨਾ। ਦੂਸਰਾ ਉਹਦੇ ਵਿੱਚ ਕਿਸੇ ਤਰੀਕੇ ਦੇ ਨਾਲ ਬਿਨਾਂ ਸ਼ੱਕ ਜਿਤਨਾ ਮਰਜ਼ੀ ਕਾਰਗਰ ਹੋਏ, ਜਿਵੇਂ ਕਈ ਵਾਰ ਕੁਝ ਲੋਕ ਸੂਰਮੇ ਹੁੰਦੇ ਨੇ, ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਹੁੰਦੀ ਤੇ ਉਹਨਾਂ ਦੇ ਕੰਨ, ਹੱਥ, ਪੈਰ ਜਿੰਨੇ ਮਰਜ਼ੀ ਵਾਜਬ ਹੋਣ, ਪਰ ਉਹ ਦੁਨੀਆ ਦੇ ਰੰਗ ਨਹੀਂ ਮਾਣ ਸਕਦੇ। ਕਿਉਂਕਿ ਜਿਹੜਾ ਕਾਰਜ ਖੇਤਰ ਉਸ ਇੰਦਰੇ ਦਾ ਉਹਦੇ ਤੋਂ ਮਹਿਰੂਮੀਅਤ ਹੈ। ਹੁਣ ਬਾਤ ਕਰੀਏ, ਜਿਵੇਂ ਸਪੋਜ਼ ਕਰੋ ਮੈਂ ਬੋਲ ਰਿਹਾ ਜੀਭ, ਹੁਣ ਜਿਹੜਾ ਜੀਹਵਾ ਦਾ ਕਾਰਜ ਖੇਤਰ ਆ ਇਹ ਵੀ ਬੜਾ ਕਮਾਲ ਹੈ, ਇਹਦਾ ਆਪਣਾ ਫੀਲਡ ਆ। ਬੋਲਣ ਦਾ ਕਾਰਜ ਹੈ ਇਹਦੇ ਕੋਲ, ਜੋ ਬੋਲ, ਜੋ ਅਲਫਾਜ਼, ਜੋ ਹਰਫ, ਜੋ ਲਫ਼ਜ਼ ਇਹ ਉਚਰਿਤ ਕਰੇਗੀ ਇਹੋ ਹੀ ਕਰੇਗੀ। ਹੋਰ ਸਾਰੇ ਦਾ ਸਾਰਾ ਸਰੀਰ ਜਿਹੜਾ ਆ ਇਹਦੇ ਵਾਸਤੇ ਲਫ਼ਜ਼ ਪ੍ਰੋਨਾਊਂਸ ਕਰਨ ਦੇ ਵਿੱਚ, ਲਫ਼ਜ਼ਾਂ ਨੂੰ, ਹਰਫਾਂ, ਆਵਾਜ਼ਾਂ ਨੂੰ ਕੱਢਣ ਵਿੱਚ ਬਿਲਕੁਲ ਜਿਹੜਾ ਉਸ ਰੂਪ ਦੇ ਵਿੱਚ ਉਹ ਸੀਮਤ ਆ, ਉਹਦੀ ਸੀਮਾ ਆ, ਉਹ ਨਹੀਂ ਕਰ ਸਕਦਾ। ਇਨ ਬਿਨ ਇਹ ਜੀਹਵਾ ਜਿਹੜੀ ਹੈ ਇਹ ਪਦਾਰਥ ਨੂੰ ਖਾਣ ਵਿੱਚ, ਨਿਗਲਣ ਵਿੱਚ ਮਦਦ ਕਰਦੀ ਹੈ। ਤੇ ਇਕੱਲਾ ਇਹ ਹੀ ਨਹੀਂ, ਇਹਦੇ ਵਿੱਚ ਟੇਸਟ ਬਰਡਸ ਵੀ ਨੇ, ਮਤਲਬ ਹਰ ਚੀਜ਼ ਨੂੰ ਇਹ ਕਿਹੜੀ ਚੀਜ਼ ਸਵਾਦ ਆ, ਕੌੜੀ ਹੈ, ਮਿੱਠੀ ਹੈ, ਇਹ ਸਭ ਜੀਭ ਦਾ ਕਾਰਜ ਖੇਤਰ ਆ। ਇਹਨੂੰ ਮੈਂ ਸਰਲ ਮਿਸਾਲ ਦੇ ਕੇ ਕਈ ਵਾਰੀ ਬਿਆਨ ਕਰਦਾ ਹਾਂ ਕਿ ਸਪੋਜ਼ ਕਰੋ ਕੋਈ ਸੁਆਣੀ ਕੋਈ ਪਦਾਰਥ ਬਣਾ ਰਹੀ ਹੈ, ਅੱਖਾਂ ਨਾਲ ਉਹਦਾ ਰੰਗ ਢੰਗ ਵੇਖ ਸਕਦੀ ਹੈ, ਹੱਥਾਂ ਨਾਲ ਬਣਾ ਰਹੀ ਹੈ। ਇਹ ਵੀ ਹੋ ਸਕਦਾ ਕਈ ਵਾਰ ਸੁਆਣੀਆਂ ਇਤਨੀਆਂ ਜ਼ਿਆਦਾ ਜਿਹੜੀਆਂ ਐਕਸਪਰਟ ਹੁੰਦੀਆਂ ਨੇ, ਹੱਥਾਂ ਦੇ ਨਾਲ ਟੋਹ ਕੇ ਵੇਖ ਲੈਂਦੀਆਂ ਨੇ ਚੀਜ਼ ਪੱਕੀ ਹੈ, ਕੱਚੀ ਹੈ, ਕੀ ਇਹ ਸਭ ਕੁਛ ਇਹ ਪਤਾ ਲੱਗ ਜਾਂਦਾ ਵੀ ਇਹ ਕੱਚਾ ਹੈ, ਪੱਕਾ ਹੈ ਪਦਾਰਥ। ਪਰ ਜੇ ਉਹਦੇ 'ਚ ਇਹ ਵੇਖਣਾ ਆ ਕਿ ਇਹਦੇ 'ਚ ਨਮਕ ਵੱਧ ਪੈ ਗਿਆ, ਘੱਟ ਪੈ ਗਿਆ, ਇਹਦੇ 'ਚ ਕੁਝ ਹੋਰ ਮਸਾਲਾ ਪਾਉਣਾ ਹੈ, ਕੋਈ ਚੀਜ਼ ਨਹੀਂ ਪਾਉਣੀ, ਇਹ ਸਭ ਕੁਝ ਵੇਖਣ ਵਾਸਤੇ ਜੀਭ ਦਾ ਕਾਰਜ ਖੇਤਰ ਹੈ। ਬਿਨਾਂ ਸ਼ੱਕ ਉਹ ਸੁਆਣੀ ਹੱਥਾਂ ਨੂੰ ਲਗਾ ਲਿਓ, ਉਸ ਸਬਜ਼ੀ ਭਾਜੀ ਪਦਾਰਥ ਨੂੰ ਨਹੀਂ ਪਤਾ ਲੱਗੇਗਾ। ਬਿਨਾਂ ਸ਼ੱਕ ਉਹ ਕੂਣੀ ਨੂੰ ਲਗਾ ਲੇ, ਮੱਥੇ ਨੂੰ, ਹੋਠਾਂ ਦੇ ਆਲੇ ਦੁਆਲੇ ਲਗਾ ਲੇ, ਨੋ। ਜਿੰਨੀ ਦੇਰ ਤੱਕ ਉਹਨੂੰ ਜੀਭ ਤੇ ਨਹੀਂ ਰੱਖਦੀ ਉਨੀ ਦੇਰ ਤੱਕ ਪਤਾ ਨਹੀਂ ਲੱਗਣਾ ਇਹਦਾ ਸਵਾਦ ਕੀ ਹੈ, ਇਹਦਾ ਟੇਸਟ ਕੀ ਹੈ। ਹੁਣ ਇਸੇ ਚੀਜ਼ ਨੂੰ ਆਪਾਂ ਅੰਦਰਲੀ ਦੁਨੀਆ 'ਚ ਲੈ ਆਈਏ, ਕਿਉਂਕਿ ਜਿਵੇਂ ਬਾਤ ਪ੍ਰਾਰੰਭ ਕੀਤੀ ਸੀ, ਜੋ ਬ੍ਰਹਮੰਡੇ ਸੋਈ ਪਿੰਡ ਹੈ। ਜਿੰਨਾ ਬਾਹਰੋਂ ਸਾਡਾ ਪਿੰਡ ਆ, ਇਹਨੂੰ ਚਲਾਉਣ ਵਾਲੀ ਇੱਕ ਅੰਦਰ ਦੀ ਦੁਨੀਆ, ਜਿਹਨੂੰ ਅਸੀਂ ਤਨ ਤੋਂ ਬਾਅਦ ਮਨ ਦੀ ਦੁਨੀਆ ਕਹਿੰਦੇ ਆ। ਮਨ ਆਪਣੇ ਆਪ ਵਿੱਚ ਇੱਕ ਡਿਫਰੈਂਟ ਜਿਹੜੀ ਹੈ ਉਹ ਸ਼ਕਤੀ ਵੀ ਹੈ, ਪਰ ਜਦੋਂ ਸਾਰਾ ਅਸੀਂ ਕਹਿ ਦਿੰਦੇ ਹਾਂ ਤਾਂ ਸਾਡਾ ਉਹ ਸਮੁੱਚਾ ਅੰਤ ਰੂਪ ਜਿਹੜਾ ਹੈ ਉਹਨੂੰ ਮਨ ਦੀ ਦੁਨੀਆ ਵੀ ਕਹਿ ਦਿੱਤਾ ਜਾਂਦਾ। ਹੁਣ ਉਹਦੇ ਵਿੱਚ ਇਹ ਹੈ ਕਿ ਮਨ ਦੀ ਦੁਨੀਆ ਦੇ ਅੰਦਰ ਸਾਡੇ ਕੋਲ ਕੁਦਰਤ ਨੇ ਭੌਤਿਕਤਾ ਵੀ ਦਿੱਤੀ ਹੈ, ਅਸੀਂ ਕਹਿੰਦੇ ਹਾਂ ਬ੍ਰੇਨ ਦੀ ਐਬਿਲਿਟੀ ਹੈ, ਬਿਲਕੁਲ ਹੈ,
ਪਰ ਬ੍ਰੇਨ ਦੇ ਨਾਲ ਇਕੱਲੇ ਨਾਲ ਜਿਹੜਾ ਸਾਡਾ ਮਾਈਂਡ ਦਾ ਵਰਲਡ ਆ ਉਹ ਨਾ ਅੰਗੇਜ ਕੀਤਾ ਜਾਏ ਤੇ ਪਤਾ ਨਹੀਂ ਲੱਗਦਾ ਦੁਨੀਆ ਕੀ ਹੈ। ਉਹਦੇ ਵਿੱਚ ਬੌਧਿਕਤਾ ਆ, ਸਰੋਤ ਆ, ਸ਼ਰੂਤੀ ਜਿਹਨੂੰ ਕਿਹਾ ਜਾਂਦਾ ਹੈਗਾ, ਬਿਰਤ ਆ, ਫਿਰ ਉਹਦੇ ਵਿੱਚ ਹੀ ਚਿੱਤ ਆ, ਅਹੰਕਰਨ ਦੀ ਬਾਤ ਵੀ ਹੁੰਦੀ ਹੈ। ਮਤਲਬ ਇਹ ਚੀਜ਼ਾਂ ਇਸ ਰੂਪ ਵਿੱਚ ਆਉਂਦੀਆਂ ਸਾਰੀਆਂ। ਹੁਣ ਇਹ ਹੈ ਕਿ ਜਿਹੜੀ ਚੀਜ਼ ਅਸੀਂ ਪਹਿਲੇ ਪੜਾਅ ਵਿੱਚ ਦੇਖੀਏ ਤੇ ਸਾਡੀ ਕਿਸੇ ਚੀਜ਼ ਨੂੰ ਅਸੀਂ ਚਿਤਵਣੀ ਦੇ ਵਿੱਚ ਉਕੇਰਨਾ ਆ। ਮਤਲਬ ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਜ਼ਮੀਨ ਦੇ ਆਗੋਸ਼ ਵਿੱਚ ਬੀਜ ਬੀਜੇ ਜਾਂਦੇ ਨੇ, ਚਿੱਤ ਉਹ ਕੰਮ ਕਰਦਾ ਆ। ਪਰ ਬੀਜ ਦੇ ਬੀਜਣ ਤੋਂ ਪਹਿਲਾਂ ਦੀ ਕਿਰਿਆ ਬਹੁਤ ਵੱਡੀ ਕਿਰਿਆ ਆ। ਜਿਵੇਂ ਸਪੋਜ਼ ਕਰੋ ਕਿ ਕੋਈ ਵੀ ਤੁਸੀਂ ਜ਼ਮੀਨ ਵਿੱਚ ਬੀਜ ਬੀਜਣਾ ਆ, ਲੋਕ ਕਹਿੰਦੇ ਨੇ ਪਹਿਲਾਂ ਜ਼ਮੀਨ ਵਾਹ ਕੇ ਤਿਆਰ ਕਰਨੀ ਪੈਂਦੀ ਹੈ। ਤੁਸੀਂ ਉਹਨੂੰ ਕਲਟੀਵੇਟ ਕਰਦੇ ਹੋ, ਉਸ ਨੂੰ ਵਾਹੁੰਦੇ ਹੋ, ਕਲਟੀਵੇਟ ਕਰਦੇ ਹੋ, ਪੂਰਾ ਰੈਡੀ ਕਰਦੇ ਹੋ ਉਸ ਬੀਜ ਨੂੰ ਪ੍ਰਾਪਤ ਕਰਨ ਵਾਸਤੇ। ਜੇ ਉਹ ਜ਼ਮੀਨ ਬੀਜ ਨੂੰ ਪ੍ਰਾਪਤ ਕਰਨ ਵਾਸਤੇ ਰੈਡੀ ਨਹੀਂ ਹੈਗੀ ਅਜੇ, ਉਹਦੇ ਆਗੋਸ਼ 'ਚੋਂ ਬੀਜ ਨਹੀਂ ਜਾਏਗਾ। ਚਿਤਵਣੀ ਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਐਵੇਂ ਨਹੀਂ ਪੈਂਦੀਆਂ। ਬੰਦਾ ਕਈ ਵਾਰ ਕਹਿੰਦਾ ਵੀ ਮੇਰੇ ਤੇ ਚੇਤੇ 'ਚ ਇਹ ਚੀਜ਼ ਨਹੀਂ ਆਉਂਦੀ, ਮੈਨੂੰ ਤੇ ਅਹਿਸਾਸ ਹੀ ਨਹੀਂ ਇਸ ਗੱਲ ਦਾ। ਭਈ ਇਹ ਕਿਵੇਂ ਆ ਸਕਦਾ ਹੈ? ਇਸ ਚੀਜ਼ ਨੂੰ ਬੀਜਣਾ ਪਏਗਾ, ਉਕੇਰਨਾ ਪਏਗਾ। ਇਹਦੀ ਜਿਹੜੀ ਪ੍ਰਾਰੰਭਤਾ ਆ, ਜਿਵੇਂ ਆਪਾਂ ਮੈਂ ਜੇ ਹੁਣੇ ਕਲਟੀਵੇਸ਼ਨ ਦੀ ਗੱਲ ਕੀਤੀ, ਖੇਤਾਂ ਨੂੰ ਵਾਹੁਣ ਦੀ, ਬਣਾਉਣ ਦੀ, ਇਹਦੀ ਸ਼ੁਰੂਆਤ ਸਾਡੀ ਅੰਦਰ ਦੀ ਦੁਨੀਆ ਦੇ ਵਿੱਚ ਸਰੋਤ ਤੋਂ ਹੁੰਦੀ ਹੈ। ਜਿਹੋ ਜਿਹੀ ਸਰੋਤ ਹੋਏਗੀ ਤੇ ਸਰੋਤ ਇਹ ਬਣਾਉਣੀ ਪੈਂਦੀ ਹੈ। ਇਹ ਆਲੇ ਦੁਆਲੇ এনवायरमेंट ਵਿੱਚੋਂ ਹੌਲੀ ਹੌਲੀ, ਕਿਉਂਕਿ ਸਰੋਤ ਦੇ ਨਾਲ ਬੀਤੇ ਕੱਲ ਵੀ ਸ਼ਾਇਦ ਬਾਤ ਹੋ ਰਹੀ ਸੀ, ਸਾਡਾ ਸਿੱਧੇ ਤੌਰ ਤੇ ਬਲੀਵ, ਵਿਸ਼ਵਾਸ ਜੁੜਦਾ। ਹੁਣ ਜਿਨ੍ਹਾਂ ਘਰਾਂ ਥਾਵਾਂ ਦੇ ਵਿੱਚ ਬਹੁਤ ਛੋਟੇ ਹੁੰਦਿਆਂ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਆ, ਭਾਈ ਬਾਣੀ ਪੜ੍ਹਨੀ ਚਾਹੀਦੀ ਹੈ, ਬਾਣੀ ਸੁਣਨੀ ਚਾਹੀਦੀ ਹੈ, ਮਾਫੀ ਚਾਹਾਂਗਾ, ਇਹ ਸਭ ਚੀਜ਼ਾਂ ਦੱਸੀਆਂ ਜਾਂਦੀਆਂ ਨੇ। ਤੇ ਹੌਲੀ ਹੌਲੀ ਉਹਨਾਂ ਦੇ ਅੰਦਰ ਜਿਹੜੇ ਸ਼ੈਤਾਨ ਮਨੂਆ ਆ, ਉਹਦੇ ਹੋਣ ਦੇ ਬਾਵਜੂਦ ਵੀ ਥੋੜ੍ਹੀ ਬਹੁਤੀ ਚੀਜ਼ ਅੰਦਰ ਘਰ ਕਰਦੀ ਹੈ। ਵੈਸੇ ਤੇ ਮਨ ਦੀ ਤੇ ਹਾਲਤ ਇਹ ਹੈ ਕਿ ਜਿਹਨੂੰ ਗੁਰੂ ਮਹਾਰਾਜ ਨੇ ਆਪ ਬਿਆਨ ਕੀਤਾ ਸੀਗਾ ਵੀ ਹਰ ਚੜ੍ਹਦੇ ਦਿਨ ਦੇ ਨਾਲ ਮਨ ਦੀ ਜਿਹੜੀ ਖੁਰਾਫਾਤੀਅਤ ਆ, ਜਿਹੜੀ ਇਹਦੀ ਮਾਈਂਡ ਵਾਂਡਰਿੰਗ ਜਿਹਨੂੰ ਕਹਿੰਦੇ ਹਾਂ ਅਸੀਂ, ਜਿਹੜਾ ਤਾਂ ਭਟਕਣਾ ਦਾ ਕੰਮ ਆ, ਉਹ ਵਧੀ ਜਾ ਰਿਹਾ ਹੈ। ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ, ਗੁਰੂ ਨਾਨਕ ਸਾਹਿਬ ਕਹਿੰਦੇ ਹਰ ਚੜ੍ਹਦੀ ਸਵੇਰ ਦੇ ਨਾਲ, ਸ਼ਬ ਰੋਜ਼ ਗਸ਼ਤਮ ਫਾਰਸੀ ਹੈ, ਇਹਦੇ 'ਚ ਗਸ਼ਤ ਹੋ ਰਿਹਾ। ਇਹਦੀ ਜਿਹੜੀ ਮਾਈਂਡ ਵਾਂਡਰਿੰਗ ਹੈ ਲਗਾਤਾਰ ਵੱਧਦੀ ਤੁਰੀ ਲੱਗੀ ਜਾ ਰਹੀ ਹੈ। ਸੋ ਇਹ ਹਕੀਕਤ ਆ। ਬੱਚੇ ਨੂੰ ਅਸੀਂ ਬਹੁਤ ਛੋਟੀ ਉਮਰ ਅਰਬਲਾ ਵਿੱਚ ਦੇਖਦੇ ਹਾਂ, ਜਿਵੇਂ ਜਿਵੇਂ ਵੱਡਾ ਹੋ ਰਿਹਾ ਸਾਨੂੰ ਲੱਗਦਾ ਸਿਆਣਾ ਹੋਏਗਾ, ਚੰਗਾ ਹੋਏਗਾ, ਵਧੀਆ ਹੋਏਗਾ, ਤੇ ਮੋਸਟਲੀ ਦਿਸਦਾ ਇਹ ਹੈ ਇਹਦੇ ਬਿਹੇਵੀਅਰ ਵਿੱਚ ਕਮੀਆਂ ਵੱਧ ਰਹੀਆਂ ਨੇ, ਖਾਮੀਆਂ ਵੱਧ ਰਹੀਆਂ ਨੇ। ਰੀਜ਼ਨ ਕਿਉਂਕਿ ਮਾਈਂਡ ਵਾਂਡਰਿੰਗ ਵੱਧ ਰਹੀ ਹੈ, ਮਨ ਦੀ ਦੁਨੀਆ 'ਚ ਚੰਚਲਤਾ ਵੱਧ ਰਹੀ ਹੈ। ਸੋ ਉਹਦੇ ਨਾਲ ਇਹ ਹੈ ਕਿ ਮਨ, ਉਹ ਤੇ ਉਹਨੂੰ ਕਿਹਾ ਗਿਆ ਕਿ ਮਨ ਲੋਚੈ ਬੁਰਿਆਈਆਂ, ਉਹ ਤੇ ਬੁਰਾ ਲੋਚਦਾ, ਉਹ ਤੇ ਹਰ ਵਕਤ ਬੁਰਿਆਰਪੁਣੇ ਵਾਲੇ ਪਾਸੇ ਵੱਧ ਰਿਹਾ। ਪਰ ਜਿੱਥੇ এনवायरमेंट ਇਹੋ ਜਿਹਾ, ਇਹੋ ਜਿਹੀ ਸਿੱਖਿਆ ਲਗਾਤਾਰ, ਤੇ ਇਕੱਲਾ ਇੱਕ ਪਰਿਵਾਰ ਨਹੀਂ, ਸਪੋਜ਼ ਮਾਂ-ਬਾਪ ਕੁਝ ਕਹਿ ਰਹੇ ਨੇ, ਪਰ ਆਲੇ ਦੁਆਲੇ 15-20 ਪਰਿਵਾਰ ਨੇ, ਐਕਸਟੈਂਡਡ ਫੈਮਿਲੀ ਦੇ, ਉਹਦੇ ਕਜ਼ਨ ਨੇ, ਉਹਦਾ ਉਹ ਸਾਰਾ ਕੁਝ ਆ, ਉਹ ਕੁਝ ਹੋਰ ਫੀਡ ਕਰ ਰਹੇ ਨੇ। ਫਿਰ ਉਹ ਜਿਹੜੀ ਐਨਰਜੀ ਆ ਉਹ ਵੀ ਡਰੇਨ ਹੋ ਜਾਏਗੀ। ਇਹ ਵੀ ਚੇਤੇ ਰੱਖਿਏ। ਤੇ ਬਹੁਤੀ ਕਾਰਗਰ ਨਹੀਂ ਆਉਂਦੀ, ਕਿਉਂਕਿ ਉਹਨੂੰ ਲੱਗਦਾ ਕਿ ਬਾਹਰ ਦੀ ਦੁਨੀਆ ਹੋਰ, ਜਿੱਥੇ ਸੋਸ਼ਲ ਅਪਰੋਚ ਵੀ ਹੋਏ, ਸੋਸਾਇਟੀ ਵੀ ਕਹੇ ਹਾਂ ਭਾਈ ਪਾਠ ਕਰਨਾ ਚਾਹੀਦਾ ਹੈ, ਹਾਂ ਭਾਈ ਗੁਰਬਾਣੀ ਸੁਣਨੀ ਚਾਹੀਦੀ ਹੈ, ਹਾਂ ਭਾਈ ਗੁਰਦੁਆਰੇ ਜਾਣਾ ਚਾਹੀਦਾ, ਹਾਂ ਭਾਈ ਇਹੋ ਜਿਹੀਆਂ ਚੀਜ਼ਾਂ 'ਚ ਪਾਰਟੀਸਪੇਟ ਕਰਨਾ ਚਾਹੀਦਾ ਹੈ। ਕਰਦਿਆਂ ਇੱਕ ਸਰੋਤ, ਇੱਕ ਲੈਵਲ 'ਤੇ ਅੰਦਰ ਵਿਸ਼ਵਾਸ ਵੱਧ ਜਾਏ ਕਿ ਹਾਂ ਬਾਣੀ ਨੂੰ ਸੁਣਨਾ ਇਹ ਚੰਗੀ ਗੱਲ ਹੈ। ਆਪਾਂ ਬੀਤੇ ਕੱਲ੍ਹ ਬਾਤ ਕਰ ਰਹੇ ਸੀਗੇ ਕਿ ਬੀਇੰਗ ਏ ਸਿੱਖ, ਸਾਨੂੰ ਗੁਰੂ ਸਾਹਿਬ ਨੇ ਇੱਕ ਸਿਖਾਇਆ ਕਿ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਜਦੋਂ ਗੁਰੂ ਉਪਦੇਸ਼ ਦਿੰਦਾ ਆ, ਸਿੱਖ ਤੂੰ ਕੰਨ ਕਰਨਾ ਆ। ਜਿੱਥੇ ਅਜੇ ਕੰਨ ਹੀ ਨਹੀਂ ਆ ਰਿਹਾ, ਜਿੱਥੇ ਅਜੇ ਸਰੋਤ ਹੀ ਨਹੀਂ ਆ ਰਹੀ, ਅਜੇ ਪਹਿਲਾ ਪੜਾਅ ਹੀ ਨਹੀਂ ਆਇਆ,
ਤੇ ਉਸ ਸਰੋਤ ਦੇ ਨਾ ਆਉਣ ਸਦਕਾ ਉਹਦੀ ਸੁਰਤੀ ਬਿਰਤੀ ਕਿਵੇਂ ਬਦਲੇਗੀ। ਸੋ ਇਹ ਪਹਿਲਾ ਲੈਵਲ ਆ ਕਿ ਇੱਕ ਵਿਸ਼ਵਾਸ ਦੇ ਨਾਲ ਚੀਜ਼ਾਂ ਦੀ ਸਰੋਤ ਕਰਨੀ। ਫਿਰ ਇਹ ਸਰੋਤ ਇਹ ਵੀ ਹੈ ਅੱਜ ਕੱਲ੍ਹ ਤੇ ਬੜੇ ਸਫਿਸਟੀਕੇਟਡ ਵੇ ਦੇ ਨਾਲ ਬੜੇ ਡਿਫਰੈਂਟ ਅਤੇ ਬੜੇ ਸੁੰਦਰ ਅੰਦਾਜ਼ ਵਿੱਚ ਲੋਕਾਂ ਨੂੰ ਚੀਜ਼ਾਂ ਸਮਝਾਈਆਂ ਜਾਂਦੀਆਂ ਨੇ। ਜਿਹੋ ਜਿਹਾ ਬੰਦਾ ਗੀਤ ਸੰਗੀਤ ਸੁਣਦਾ ਆ, ਲਫ਼ਜ਼ ਅਲਫਾਜ਼ ਸੁਣਦਾ ਆ, ਹਰਫ ਅੱਖਰ ਸੁਣਦਾ ਆ, ਉਹੋ ਜਿਹੀ ਸੁਰਤੀ ਬਿਰਤੀ ਹੁੰਦੀ ਲੱਗੀ ਜਾਂਦੀ ਹੈ। ਹੁਣ ਜੇ ਉਹਨਾਂ ਲਫ਼ਜ਼ਾਂ ਅਲਫਾਜ਼ਾਂ ਦੇ ਵਿੱਚ ਬਹੁਤ ਸਾਰਾ ਨਸ਼ੇ ਦੀ ਗੱਲ ਹੋ ਰਹੀ ਹੈ, ਵਾਇਲੈਂਸ ਦੀ ਗੱਲ ਹੋ ਰਹੀ ਹੈ, ਜੀਵਨ ਦੇ ਕੁਝ ਚੰਗੇਰੇ ਉਸਾਰੂਪਨ ਦੀ ਗੱਲ ਨਹੀਂ ਗੀ, ਬਲਕਿ ਨਿਵਾਣ ਵਾਲੇ ਪਾਸੇ ਦੀ ਗੱਲ ਹੈ, ਧਰਾਤਲ ਵਾਲੇ ਪਾਸੇ ਜਾਣ ਦੀ ਗੱਲ ਆ, ਡੈਫੀਨੇਟਲੀ ਸੁਰਤੀ ਬਿਰਤੀ ਉਵੇਂ ਦੀ ਬਣੇਗੀ। ਸੋ ਇਹ ਜ਼ਰੂਰੀ ਹੈ ਸਰੋਤ ਚੰਗੀ ਹੋਏ। ਅਤੇ ਇਹ ਮੈਂ ਪਹਿਲਾਂ ਹੀ ਬੇਨਤੀ ਕੀਤੀ, ਸਿੱਖਣੀ ਪੈਂਦੀ ਹੈ, ਇਨਵਾਇਰਮੈਂਟ ਸਿਖਾਉਂਦਾ ਹੈ, ਆਲਾ ਦੁਆਲਾ ਦੱਸਦਾ ਹੈ, ਉਹਦੀ ਇੰਪੋਰਟੈਂਸ ਚੰਗੀ। ਜਿਵੇਂ ਸੰਗੀਤ ਹੀ ਹੈ, ਚੰਗਾ ਸੁਣੋ, ਗੱਲਾਂ ਬਾਤਾਂ ਨੇ ਚੰਗੀਆਂ ਸੁਣੋ, ਖਿਆਲ ਨੇ, ਵਿਚਾਰ ਨੇ ਚੰਗੇ ਸੁਣੋ ਭਾਈ। ਸੋ ਇਹ ਸਰੋਤ ਬਦਲ ਗਈ। ਹੌਲੀ ਹੌਲੀ ਫਿਰ ਇਹਦਾ ਅਸਰ ਸਾਡੀ ਸੁਰਤੀ 'ਤੇ ਹੁੰਦਾ ਆ। ਸੁਰਤੀ ਦਾ ਮਾਇਨਾ ਇਹ ਹੁੰਦਾ ਹੈ ਕਿ ਸੁਰਤੀ ਇੱਕ ਧੁਨ ਪੈਦਾ ਕਰਦੀ ਹੈ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਨਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਧੁਨ ਕੀ ਹੈ? ਇੱਕ ਹਰ ਵਕਤ ਤਾਰ ਵੱਜਣੀ ਅੰਦਰ। ਜਿਹੜੀ ਚੀਜ਼ ਤੁਸੀਂ ਸੁਣਦੇ ਹੋ ਅਤੇ ਜਿਹਨੂੰ ਬਹੁਤ ਡੀਪ ਲੈਵਲ 'ਤੇ ਸੁਣ ਲੈਂਦੇ ਹੋ, ਉਹ ਸਵੇਰੇ ਸੁਣੀ ਸ਼ਾਮ ਤੱਕ ਨਾਲ ਚੱਲੀ, ਅੰਦਰ ਕੁਝ ਨਾ ਕੁਝ ਉਹਦੇ ਬਾਰੇ ਬੋਲਿਆ ਜਾ ਰਿਹਾ, ਕਿਹਾ ਜਾ ਰਿਹਾ, ਮਤਲਬ ਧੁਨ ਬਣ ਗਈ। ਸੁਰਤ ਜਿਹੜੀ ਹੈ ਉਸ ਪਾਸੇ ਜਾ ਰਹੀ ਹੈ। ਇੱਕ ਦਿਨ ਸੁਣੀ, ਕਈ ਹਫ਼ਤੇ, ਮਹੀਨੇ, ਸਾਲ ਲੰਘ ਗਏ, ਅਜੇ ਵੀ ਜੇ ਮਾੜਾ ਜਿਹਾ ਧਿਆਨ ਕਰਦੇ ਆ ਰਾਈਟ ਵੇ, ਉਹ ਜਿਹੜੀ ਚੀਜ਼ ਜ਼ਹਿਨ 'ਚ ਆ ਜਾਂਦੀ ਉਸੇ ਵਕਤ। ਇਹਦਾ ਮਤਲਬ ਸਰੋਤ ਐਸੀ ਹੋਈ ਕਿ ਉਹਨੇ ਸੁਰਤ ਨੂੰ ਪਕੜ ਲਿਆ। ਫਿਰ ਇਹੀ ਹੈ, ਇਹੀ ਸੁਰਤ ਜੇ ਇਤਨਾ ਮੰਥਨ ਹੋਏਗਾ ਵਿਚਾਰਾਂ ਦਾ, ਖਿਆਲਾਂ ਦਾ, ਬਚਨਾਂ ਦਾ, ਅਤੇ ਅਲਟੀਮੇਟਲੀ ਉਹ ਸਾਡੀ ਬਿਰਤੀ ਦੇ ਵਿੱਚ, ਜਿਹਦੇ ਵਿੱਚੋਂ ਸਾਡੀ ਨੀਅਤ ਸੈੱਟ ਹੁੰਦੀ ਹੈ, ਉਹ ਕਨਵਰਟ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਦੇਖਿਆ ਹੋਏਗਾ ਕਿ ਬੰਦਾ ਜਦੋਂ ਜੀਵਨ ਵਿੱਚ ਵਿਚਰਦਾ ਆ, ਉਹਦਾ ਕਮਾਣਾ, ਖਾਣਾ, ਹੰਡਾਣਾ ਸਭ ਕੁਝ ਉਹਨੂੰ ਸੁੱਖ ਜਾਂ ਦੁੱਖ ਉਹਦੀ ਨੀਅਤ ਮੁਤਾਬਕ ਦਿੰਦਾ। ਜੇ ਬੰਦੇ ਦੀ ਨੀਅਤ ਵਿੱਚ ਹੀ ਬਹੁਤ ਜ਼ਿਆਦਾ ਲਾਲਚ ਪੈ ਗਿਆ ਆ, ਬਹੁਤ ਸਾਰੀ ਹਵਸ ਪੈ ਗਈ ਹੈ, ਬੰਦਾ ਬੜਾ ਸਵਾਰਥੀ ਹੋ ਗਿਆ, ਮੀਨ ਹੋ ਗਿਆ ਆ, ਉਹ ਡੈਫੀਨੇਟਲੀ ਉਹ ਲੇਟਰ ਔਰ ਸੂਨਰ ਉਹਦੀਆਂ ਗੱਲਾਂ ਵਿੱਚੋਂ, ਉਹਦੇ ਅਮਲਾਂ ਵਿੱਚੋਂ ਉਜਾਗਰ ਹੋਏਗਾ। ਅਤੇ ਜਿਵੇਂ ਹੀ ਉਜਾਗਰ ਹੋਏਗਾ, ਆਲਾ ਦੁਆਲਾ ਉਹਨੂੰ ਉਸੇ ਤਰੀਕੇ ਦੇ ਨਾਲ ਨਿਹਾਰੇਗਾ ਅਤੇ ਉਸੇ ਤਰੀਕੇ ਦੇ ਉਸ ਨੂੰ ਐਡਜੈਕਟਿਵ ਦੇਵੇਗਾ, ਉਸੇ ਕਿਸਮ ਦਾ ਉਹਨੂੰ ਸੰਬੋਧਨ ਦੇਵੇਗਾ। ਫਿਰ ਬੰਦਾ ਦੁਖੀ ਹੋਏਗਾ, ਮੈਨੂੰ ਐਵੇਂ ਕਿਉਂ ਕਿਹਾ ਜਾ ਰਿਹਾ, ਮੈਨੂੰ ਇਹ ਕਿਉਂ ਕਹਿੰਦੇ ਨੇ ਕਿ ਇਹ ਲਾਲਚੀ ਹੈਗਾ, ਇਹ ਬੰਦਾ ਜਿਹੜਾ ਆ ਇਹ ਬੜਾ ਸਵਾਰਥੀ ਬੰਦਾ ਆ, ਇਹ ਬੰਦਾ ਬੜਾ ਸਿਰਫ ਆਪਣਾ ਹੀ ਸੋਚਦਾ ਆ, ਐਵੇਂ ਕਿਉਂ ਕਿਹਾ ਜਾਂਦਾ ਆ? ਕਿਉਂ? ਕਿਉਂਕਿ ਉਹਦੀ ਜਿਹੜੀ ਨੀਅਤ ਆ, ਜਿਹੜੀ ਉਹਦੀ ਬਿਰਤ ਆ, ਉਹ ਪ੍ਰਗਟ ਹੋ ਰਹੀ ਹੈ। ਸੋ ਇੱਥੋਂ ਫਿਰ ਜਾ ਕੇ ਤੇ ਇਹ ਬੜੀ ਫਰਸਟ੍ਰੇਸ਼ਨ ਦਿੰਦੀ ਹੈ ਬੰਦੇ ਨੂੰ। ਅਜੇ ਮੈਂ ਚਿੱਤ ਦੀ ਬਾਤ ਨਹੀਂ ਕੀਤੀ, ਅਜੇ ਸਿਰਫ ਇੱਥੇ ਹੀ ਹੈ। ਜੇ ਇਸੇ ਸਾਰੀ ਚੀਜ਼ 'ਤੇ ਬਾਤ ਕੀਤੀ ਜਾਏ ਤਾਂ ਐਕਚੁਅਲ ਲੈਵਲ 'ਤੇ ਗੁਰਬਾਣੀ ਇਸੇ ਲਈ ਕਹਿੰਦੀ ਹੈ, ਦੁੱਖ ਬਾਹਰ ਨਹੀਂ ਹੈਗਾ ਨਾ। ਬਾਹਰ ਤੇ ਇਨਵਾਇਰਮੈਂਟ ਹੁੰਦਾ, ਮਾਹੌਲ ਹੁੰਦਾ ਹੈ, ਸਰਕਮਸਟੈਂਸਸ ਹੁੰਦੇ ਨੇ। ਬਾਹਰ ਤੇ ਆਲੇ ਦੁਆਲੇ ਤੁਹਾਨੂੰ ਇਹੋ ਜਿਹੇ ਮਾਹੌਲ ਵਿੱਚ ਚੀਜ਼ਾਂ ਮਿਲਦੀਆਂ ਨੇ ਵੱਖਰੀਆਂ ਵੱਖਰੀਆਂ। ਕੋਈ ਚੀਜ਼ ਹੈ, ਇੱਕ ਬੰਦਾ ਕਹਿੰਦਾ ਓਹ ਬੜੀ ਤਕਲੀਫ ਹੈ, ਚੈਲੰਜ ਆ ਗਿਆ, ਕੋਈ ਵੰਗਾਰ ਆ ਗਈ, ਉਸੇ ਚੈਲੰਜ ਨੂੰ ਇੱਕ ਦੂਸਰਾ ਬੰਦਾ ਅਪੋਰਚੁਨਿਟੀ ਦੇ ਤੌਰ 'ਤੇ ਯੂਜ਼ ਕਰ ਲੈਂਦਾ ਹੈ। ਤੁਸੀਂ ਦੇਖੋ ਆ ਕੋਵਿਡ-19 'ਚੋਂ ਲੰਘ ਰਹੇ ਹਾਂ ਅਸੀਂ, ਅਤੇ ਇਸੇ ਸਮੇਂ ਦੇ ਵਿੱਚ ਬੜੇ ਬਿਜ਼ਨਸ ਠੱਪ ਹੋ ਗਏ, ਕਾਰੋਬਾਰ ਖਤਮ ਹੋ ਗਏ, ਬਹੁਤ ਕੁਝ ਐਸਾ ਹੋ ਗਿਆ, ਪਰ ਇਸੇ ਦੇ ਵਿੱਚ ਹੀ ਬੜੇ ਕਾਰੋਬਾਰ ਵਧੇ। ਕੁਝ ਲੋਕਾਂ ਨੇ ਇਸ ਸਮੇਂ ਨੂੰ ਇੱਕ ਅਪੋਰਚੁਨਿਟੀ ਦੇ ਤੌਰ 'ਤੇ ਯੂਜ਼ ਕੀਤਾ, ਕਈਆਂ ਨੇ ਇਸ ਨੂੰ ਇੱਕ ਹਰਡਲ ਦੇ ਤੌਰ 'ਤੇ, ਇੱਕ ਬੜੀ ਵੱਡੀ ਰੋਕ ਦੇ ਤੌਰ 'ਤੇ ਵੇਖਿਆ। ਅਪਰੋਚ ਆ ਜੀਵਨ ਦੇ ਵਿੱਚ, ਜੇ ਤੁਹਾਡੀ ਸੁਰਤ ਬਿਰਤ ਤਗੜੀ ਹੈ, ਤੁਸੀਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਪਰਸੀਵ ਕਰ ਸਕਦੇ ਹੋ ਅਤੇ ਫਿਰ ਉਹਨੂੰ ਪ੍ਰੋਸੈਸ ਕਰ ਸਕਦੇ ਹੈਗੇ ਹੋ। ਭਾਈ ਬਾਹਰ ਦੀ ਕੋਈ ਚੀਜ਼ ਤੁਹਾਨੂੰ ਦੁੱਖ ਤਕਲੀਫ ਨਹੀਂ ਦੇ ਸਕਦੀ। ਜਿਵੇਂ ਅਸੀਂ ਅੱਜ ਦੀ ਦੁਨੀਆ 'ਚ ਵੇਖਦੇ ਹਾਂ, ਲੋਕ ਸਟਰੈਸ ਦੀ ਬੜੀ ਗੱਲ ਕਰਦੇ ਨੇ। ਸਟਰੈਸ ਮਾਹੌਲ ਵਿੱਚ ਨਹੀਂ ਹੁੰਦਾ, ਇਹ ਸਾਡੀ ਅੰਦਰ ਅਸੀਂ ਉਹਨੂੰ ਚੀਜ਼ਾਂ ਨੂੰ ਕਿਵੇਂ ਪਰਸੀਵ ਕਰਕੇ, ਕਿਵੇਂ ਉਹਨਾਂ ਚੀਜ਼ਾਂ ਨੂੰ ਅਸੀਂ ਅੰਦਰ ਸੋਝੀ 'ਚ ਆਪਣੀ ਚਲੇ ਜਾ ਰਹੇ ਹੈਗੇ,
ਉਹ 'ਤੇ ਡਿਪੈਂਡ ਕਰਦਾ ਹੈ। ਫਿਰ ਇਹੀ ਜਿਹੜੇ ਸਟ੍ਰੈਸਰਸ ਹੈਗੇ ਨੇ ਸਾਡੇ, ਇਹ ਫਿਰ ਸਾਨੂੰ ਅਗਲੇ ਲੈਵਲ 'ਤੇ ਲੈ ਕੇ ਜਾਂਦੇ ਨੇ, ਜਿਹਦੇ ਵਿੱਚ ਲੋਕਾਂ ਨੂੰ ਐਂਗਜ਼ਾਇਟੀ ਪੈਦਾ ਹੁੰਦੀ ਹੈ, ਐਂਕਸ਼ੀਅਸ ਫੀਲਿੰਗ ਜਿਹੜੀਆਂ ਆਉਂਦੀਆਂ ਨੇ, ਡਿਪਰੈਸਿਵ ਫੀਲਿੰਗ, ਡਿਪਰੈਸ਼ਨ ਪੈਦਾ ਹੁੰਦਾ ਆ। ਇਹਦੇ ਵਿੱਚੋਂ ਹੀ ਲੋਕਾਂ ਦੇ ਵਿੱਚ ਫਿਰ ਡਿਫਰੈਂਟ ਕਿਸਮ ਦੇ, ਜਦੋਂ ਲੋਕ ਕਹਿੰਦੇ ਨੇ ਕਿ ਪੈਨਿਕ ਅਟੈਕ ਹੋਣੇ ਸ਼ੁਰੂ ਹੋ ਗਏ, ਸ਼ਿਵਰਿੰਗ ਹੋਣੀ ਸ਼ੁਰੂ ਹੋ ਗਈ, ਇਹ ਸਾਰੇ ਸਾਈਨ ਐਂਡ ਸਿੰਪਟਮਸ ਨੇ ਕਿ ਜਿਸ ਬੰਦੇ ਨੇ ਇਸ ਸਾਰੇ ਮਾਹੌਲ ਵਿੱਚੋਂ ਕਿਵੇਂ ਚੀਜ਼ਾਂ ਨੂੰ ਪਰਸੀਵ ਕੀਤਾ, ਕਿਵੇਂ ਚੀਜ਼ਾਂ ਨੂੰ ਉਹਨਾਂ ਨੂੰ ਅਟੈਂਡ ਕਿਵੇਂ ਕੀਤਾ, ਉਹਨਾਂ ਦੇ ਨਾਲ ਸਾਂਝ ਕਿਵੇਂ ਬਣਾਈ। ਸੋ ਜੇ ਸਰੋਤ ਠੀਕ ਹੈ, ਸਰੋਤ ਗੁਰੂ ਗ੍ਰੰਥ ਸਾਹਿਬ ਵਰਗੀ ਬਾਣੀ ਤੋਂ ਵਧੀਆ ਕਿਹੜੀ ਸਰੋਤ ਹੋ ਸਕਦੀ ਹੈ। ਜੇ ਬੰਦਾ ਇਹ ਪੜ੍ਹਦਾ ਆ, ਜਿਵੇਂ ਆਪਾਂ ਰੋਜ਼ ਦੀ ਸੋਹਿਲਾ ਸਾਹਿਬ ਹੀ ਪੜ੍ਹੀਏ, ਅਸੀਂ ਪੜ੍ਹਦੇ ਆ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ, ਵਿਚਾਰੋ ਤਿਤ ਕਰ ਗਾਵੋ ਸੋਹਿਲਾ, ਸਿਵਰੋ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹੁਣ ਸਿੱਧੇ ਤੌਰ 'ਤੇ ਸਰੋਤ ਥੋੜ੍ਹੀ ਜਿਹੀ ਬੰਦਾ ਧਿਆਨ ਦੇਵੇ, ਤੇ ਜਿਸ ਹਿਰਦੇ ਘਰ ਦੇ ਵਿੱਚ ਰੱਬ ਜੀ ਤੇਰੀ ਯਾਦ ਬੈਠੀ ਹੈ, ਤੈਨੂੰ ਅਹਿਸਾਸਿਆ ਜਾ ਰਿਹਾ ਹੈ, ਉਹ ਘਰ ਹਮੇਸ਼ਾ ਸੁਖੀ ਹੈ। ਵਿਸ਼ਵਾਸ ਆ ਗਿਆ। ਇਹਦੇ 'ਚ ਬਚਨ ਕਿਹਾ ਗਿਆ, ਸਾਨੂੰ ਸ਼ਬਦ ਪੜ੍ਹਾਏ ਜਾਂਦੇ ਨੇ, ਦੱਸਿਆ ਜਾਂਦਾ ਹੈ, ਸਿੱਖ ਜੀ ਵਿਸ਼ਵਾਸ ਕਰ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋੜ ਨਾ ਆਵਈ, ਖਾਏ ਖਰਚ ਰਹੰਦਾ। ਹੁਣ ਇਹ ਵਾਕ ਇਸ ਕਿਸਮ ਦੇ ਨਾਲ ਸਰੋਤ ਹੋ ਗਈ। ਸੁਰਤੀ 'ਚ ਬਾਤ ਆ ਗਈ ਕਿ ਹਾਂ ਭਾਈ, ਜੇ ਅਕਾਲ ਪੁਰਖ ਵਾਹਿਗੁਰੂ ਅੰਗ ਸੰਗ ਹੈ ਤੇ ਘਬਰਾਉਣ ਦੀ ਲੋੜ ਨਹੀਂ, ਡਰਨ ਦੀ ਲੋੜ ਨਹੀਂ ਹੈ। ਤੇ ਜੇ ਡਰ ਨਹੀਂਗਾ ਤੇ ਫਿਰ ਡਰਿਆ ਹੋਇਆ ਬੰਦਾ ਕਿਸੇ ਨੂੰ, ਮਤਲਬ ਜਿਸ ਤੋਂ ਡਰ ਲੱਗਦਾ, ਉਹਨੂੰ ਕਹਿੰਦਾ ਵੀ ਇਸ ਤੋਂ ਪਹਿਲਾਂ ਇਹ ਮੈਨੂੰ ਮਾਰੇ, ਮੈਂ ਇਹਨੂੰ ਮਾਰ ਦਿਆਂ, ਵੈਰ ਪੈਦਾ ਹੁੰਦਾ ਹੈ। ਡਰ ਵਿੱਚੋਂ ਬੰਦਾ ਚਲੋ ਡਾਇਰੈਕਟਲੀ ਨਹੀਂ ਕਿਸੇ ਨੂੰ ਫਿਜ਼ੀਕਲੀ ਹਾਰਮ ਕਰ ਸਕਦਾ, ਬੰਦਾ ਘੱਟ ਤੋਂ ਘੱਟ ਉਹਦੇ ਬਾਰੇ ਮਾੜੀਆਂ ਗੱਲਾਂ ਤੇ ਕਰਦਾ ਹੈ, ਨਿੰਦਿਆ ਕਰਦਾ ਹੈ, ਬਖੀਲਗੀ ਕਰਦਾ ਹੈ, ਮਾੜਾ ਬੋਲਦਾ ਹੈ, ਲੁੱਕ ਕੇ ਬੋਲਦਾ ਚੁਗਲੀ ਹੁੰਦੀ ਹੈ, ਲੁੱਕ ਕੇ ਬੋਲਦਾ ਬਖੀਲੀ ਹੁੰਦੀ ਹੈ, ਸਾਹਮਣੇ ਬੋਲਦਾ ਝਗੜਾ ਹੁੰਦਾ ਹੈ, ਉਸ ਨੂੰ ਸਾਹਮਣੇ ਭੰਡਦਾ ਹੈ, ਲੜਦਾ ਉਹਦੇ ਨਾਲ ਇਸ ਤਰੀਕੇ ਨਾਲ, ਵਰਬਲੀ, ਫਿਜ਼ੀਕਲੀ ਤਾਂ ਨਹੀਂ ਕਰ ਸਕਦਾ। ਇਹ ਸਾਰੀ ਕਲੇਸ਼ ਹੈ, ਇਹ ਸਾਰਾ ਕਲਾ ਝਗੜਾ ਆ ਸਭ ਦਾ ਸਭ। ਜਿਹਦੀ ਸਰੋਤ ਇਹੋ ਜਿਹੀ ਹੈ, ਘਬਰਾਉਣ ਦੀ ਲੋੜ ਨਹੀਂ ਗੀ। ਜੇ ਕੁਝ ਕਰਨ ਵਾਲਾ ਆ, ਉਹ ਹੈ ਮਨ ਨੂੰ ਸੁਡੋਲ ਰੱਖਣਾ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ ਆ, ਤੇ ਉਹਦੇ ਤੇ ਭਰੋਸਾ ਰੱਖਣਾ। ਜਦੋਂ ਇਸ ਤਰੀਕੇ ਦੀ ਸਰੋਤ ਤੇ ਸੁਰਤ ਰਹੇਗੀ, ਕਿਉਂ ਨਹੀਂ ਜੀਵਨ ਤਬਦੀਲ ਹੋਏਗਾ। ਮਹਾਰਾਜ ਦੀ ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਜਿਵੇਂ ਜਪਜੀ ਸਾਹਿਬ ਹੀ ਪੜ੍ਹੋ, ਚੜ੍ਹਦੀ ਸਵੇਰ ਪੜ੍ਹਿਆ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਮਾੜੀ ਜੀ ਸਿਚੁਏਸ਼ਨ ਸੱਜੇ ਖੱਬੇ ਹੋਈ, ਬੰਦਾ ਰੋਣ ਲੱਗ ਗਿਆ, ਕੁਰਲਾਉਣ ਲੱਗ ਗਿਆ, ਕੀ ਬਣਿਆ? ਬਾਣੀ ਕਹਿ ਰਹੀ ਹੈ ਰਜ਼ਾ ਵਿੱਚ ਰਾਜ਼ੀ ਰਹਿ, ਕੁਛ ਨਹੀਂ ਹੁੰਦਾ। ਏਡੀ ਜਲਦੀ ਅਸਮਾਨ ਨਹੀਂ ਡਿੱਗਦਾ ਥੱਲੇ। ਇਹ ਜੀਵਨ ਆ, 4 ਦਿਨ ਹੰਡਾਉਣਾ ਆ, ਜਿਹੋ ਜਿਹੇ ਹਾਲਾਤ ਹੋਣਗੇ ਉਹ ਹੰਡਾ ਲੇਗਾ, ਕੋਈ ਐਸੀ ਗੱਲ ਨਹੀਂ ਹੈ। ਇੱਥੇ ਵੱਡੀਆਂ ਵੱਡੀਆਂ ਤਕਲੀਫਾਂ 'ਚ ਲੋਕੀ ਲੰਘੇ। ਗੁਰੂ ਸਾਹਿਬ ਨੇ ਤਾਂ ਹਿਸਟਰੀ ਐਸੀ ਸਿਰ ਜੀ। ਸਾਨੂੰ ਕਈ ਵਾਰ ਲੱਗਦਾ ਉਹ ਬੜਾ ਦੁੱਖ ਹੈ, ਮੈਂ ਕਹਿੰਦਾ ਕਿੱਡਾ ਕੁ ਵੱਡਾ ਦੁੱਖ ਹੈ। ਦਸੰਬਰ ਦਾ ਮਹੀਨਾ ਚੱਲ ਰਿਹਾ ਹੈ, ਦੁੱਖ ਦਾ ਅਹਿਸਾਸ ਤੇ ਦਸੰਬਰ ਦੀਆਂ ਅਖੀਰਲੇ 2 ਹਫ਼ਤਿਆਂ 'ਚ ਅਸੀਂ ਜਦੋਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਕਰਕੇ ਦੇਖੋ, ਮਤਲਬ ਇੱਕ ਹਫ਼ਤੇ 1.5 ਹਫ਼ਤੇ ਦੇ ਵਿੱਚ ਐਸੇ ਦੁੱਖ, ਐਸੇ ਤਸੀਹੇ, ਇਹੋ ਜਿਹੇ ਹਾਲਾਤ ਵਿੱਚੋਂ ਗੁਰੂ ਸਾਹਿਬ ਦਾ ਪਰਿਵਾਰ ਲੰਘਦਾ ਆ, ਸਾਡੇ ਵਾਸਤੇ ਮਿਸਾਲ ਕਾਇਮ ਕਰ ਦਿੰਦਾ। ਘਬਰਾਉਣ ਦੀ ਲੋੜ ਹੀ ਨਹੀਂ ਹੈ। ਜੇ ਤੇਰਾ ਗੁਰੂ ਇਹਨਾਂ ਤਕਲੀਫਾਂ 'ਚੋਂ ਲੰਘ ਕੇ ਤੇ ਫਿਰ ਸ਼ੁਕਰ ਕਰਦਾ, ਫਿਰ ਕਹਿੰਦਾ ਬਸ ਤੂੰ ਹੀ ਹੈ, ਤੇਰਾ ਧੰਨਵਾਦ ਹੈ। ਬੰਦੇ ਤੂੰ ਕਿਉਂ ਡੋਲਦਾ? ਜਿਹਨੂੰ ਸਾਹਿਬ ਨੇ ਕਿਹਾ ਸੀ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਨਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਹਨੇ ਤੈਨੂੰ ਪੈਦਾਇਸ਼ ਦਿੱਤੀ ਹੈ, ਉਹਦਾ ਕੋਈ ਵੱਡਾ ਹੁਕਮ ਨਿਜ਼ਾਮ ਚੱਲ ਰਿਹਾ ਹੈ। ਘਬਰਾ ਨਾ, ਆਪਣਾ ਅਮਲ ਜਿਹੜਾ ਤੇਰਾ ਬਣਦਾ ਹੈ ਵਕਤ ਦੇ ਮੁਤਾਬਕ ਉਹ ਠੀਕ ਕਰ, ਉਹਦੇ ਉੱਤੇ ਫੋਕਸ ਕਰ। ਬਾਕੀ ਜੋ ਕਰਤਾਰ ਨੂੰ ਭਾਵੇ। ਸਾਨੂੰ ਤੇ ਸਿੱਧੇ ਤੌਰ 'ਤੇ ਸਾਰੀਆਂ ਚੀਜ਼ਾਂ ਸਮਝਾਈਆਂ ਗਈਆਂ ਕਿ ਉਹ ਮਨਾ, ਤੂੰ ਕਾਸ ਵਾਸਤੇ ਘਬਰਾ ਰਿਹਾ ਹੈ। ਚਾਹੀਦਾ ਤੇ ਤੈਨੂੰ ਇਹ ਹੈ ਕਿ ਤੂੰ ਸਿਰਫ ਇੰਨਾ ਕਿ ਕਰ ਕਿ ਉਦਮ ਕਰ, ਐਫਰਟ ਕਰ, ਬਾਕੀ ਕਰਤਾਰ ਤੇ ਛੱਡ ਦੇ। ਤੇਰੀ ਐਫਰਟ ਵਿੱਚ ਓਨੈਸਟੀ ਹੋਣੀ ਚਾਹੀਦੀ ਹੈ, ਇਮਾਨਦਾਰੀ ਹੋਣੀ ਚਾਹੀਦੀ ਹੈ। ਬਾਕੀ ਅਕਾਲ ਪੁਰਖ ਵਾਹਿਗੁਰੂ
ਉਹ ਤੇ ਬੇਅੰਤ ਆ। ਸਾਹਿਬ ਨੇ ਕਿਹਾ ਸੋ ਕਿਉਂ ਵਿਸਰੈ ਜੇ ਘਾਲ ਨਾ ਭੰਨ ਹੈ। ਜੇ ਤੂੰ ਘਾਲ ਕੀਤੀ ਹੈ ਉਹ ਭੰਨਦਾ ਨਹੀਂ, ਕੀਤੀਆਂ ਮੁਸ਼ੱਕਤਾਂ ਨੂੰ ਫਲ ਲਾਉਂਦਾ ਆ। ਸੋ ਇਹ ਸਰੋਤ, ਇਹੋ ਜਿਹੀ ਸੁਰਤ, ਤੇ ਇਹਦੇ ਵਿੱਚੋਂ ਜਿਹੜੀ ਬਿਰਤੀ ਪੈਦਾ ਹੋਏਗੀ ਉਹ ਬੜੀ ਵਿਸ਼ਵਾਸ ਵਾਲੀ ਪੈਦਾ ਹੋਏਗੀ। ਫਿਰ ਕਿਸੇ ਨਾਲ ਈਰਖਾ ਨਹੀਂ, ਜੈਲਸ ਨਹੀਂ। ਕਿਸੇ ਕੋਲ ਕੋਈ ਚੰਗਾ ਆਪਣੇ ਨਾਲੋਂ ਵੱਧ ਪਦਾਰਥ ਵੇਖਿਆ ਤੇ ਈਰਖਾ ਨਹੀਂ ਗਈ। ਸ਼ੁਕਰ ਹੈ ਮਾਲਕ, ਸਭ ਨੂੰ ਦਈ, ਇਹਨੂੰ ਵੀ ਦਿੱਤਾ ਹੀ, ਦਾਤਾ ਤੂੰ ਬੇਅੰਤ ਹੈ, ਤੂੰ ਸਾਨੂੰ ਵੀ ਦੇਏਗਾ। ਇਹ ਵਿਸ਼ਵਾਸ ਬੰਦੇ ਦਾ ਵੱਧਦਾ ਤੁਰਿਆ ਲੱਗਾ ਜਾਂਦਾ ਹੈ। ਸੋ ਇਹੋ ਜਿਹੀਆਂ ਚੀਜ਼ਾਂ ਜਦੋਂ ਲਗਾਤਾਰ ਸਾਡੀ ਸੁਰਤ ਬਿਰਤ ਵਿੱਚੋਂ ਪੁਣ ਕੇ, ਜਿਵੇਂ ਕੋਈ ਚੀਜ਼ ਪ੍ਰੋਸੈਸ ਹੋ ਕੇ ਲੰਘਦੀ ਹੈ, ਫਿਰ ਹੌਲੀ ਹੌਲੀ ਸਾਡੇ ਇੱਕ ਡੀਪ ਲੈਵਲ ਦੀ, ਜਿਹਨੂੰ ਤੁਸੀਂ ਆਪਣੀ ਮੈਮਰੀ ਕਹਿ ਲਓ, ਜਿਹਨੂੰ ਤੁਸੀਂ ਆਪਣੀ ਯਾਦਾਸ਼ਤ ਕਹਿ ਲਓ, ਜਿਹਨੂੰ ਤੁਸੀਂ ਆਪਣੀ ਚਿਤਵਨੀ ਕਹਿ ਲਓ, ਉਹਦੇ ਵਿੱਚ ਜਾ ਵਸਦੀ ਹੈ। ਸਾਡੀਆਂ ਬਹੁਤ ਸਾਰੀਆਂ, ਜਿਵੇਂ ਸਾਡੇ ਕਿਹਾ ਜਾਂਦਾ, ਸਾਡੇ ਅੰਦਰ ਕਾਰਮਿਕ ਮੈਮਰੀ ਵੀ ਕੰਮ ਕਰਦੀ ਹੈ, ਸਾਡੇ ਅੰਦਰ ਇੱਕ ਫਿਜ਼ੀਕਲ ਮੈਮਰੀ ਵੀ ਕੰਮ ਕਰਦੀ ਹੈ। ਜਿਵੇਂ ਤੁਸੀਂ ਦੇਖੋਗੇ ਕੋਈ ਕਿਸੇ ਤਰ੍ਹਾਂ ਦਾ ਫੂਡ ਆ, ਸਪੋਜ਼ ਕਰੋ ਇੱਥੇ ਸਟੋਰਸ ਦੇ ਵਿੱਚ ਜਾਂਦੇ ਹੋ, ਤੁਹਾਨੂੰ ਐਨੀਮਲ ਫੂਡ ਮਿਲ ਜਾਂਦਾ ਹੈ, ਡੌਗਸ ਵਾਸਤੇ, ਕੈਟਸ ਵਾਸਤੇ। ਕਈ ਵਾਰ ਦੇਖੋਗੇ ਕੁੱਕੀਆਂ ਇੰਝ ਲੱਗਦਾ ਜਿਵੇਂ ਸਾਡੀ ਖਾਣ ਵਾਲੀਆਂ ਕੁੱਕੀਆਂ ਹੁੰਦੀਆਂ ਨੇ, ਇਸ ਤੇ ਉਹਨਾਂ ਨੇ ਉਸੇ ਆਟੇ ਮੈਦੇ ਦੀਆਂ ਬਣਾਈਆਂ ਹੁੰਦੀਆਂ ਨੇ, ਬਿੱਲੀਆਂ ਦੇ ਖਾਣ ਵਾਸਤੇ, ਕੁੱਤਿਆਂ ਦੇ ਖਾਣ ਵਾਸਤੇ। ਤੇ ਸਪੋਜ਼ ਜੇ ਕੋਈ ਬੰਦਾ ਭੁਲੇਖੇ ਨਾਲ ਜੇ ਕਿਤੇ ਡੌਗ ਕੁਕੀਜ਼ ਨੇ ਉਹ ਖਾ ਲਵੇ, ਤੇ ਕੀ ਸੋਚਦੇ ਹੋ ਕਿ ਜਿਵੇਂ ਡੌਗ ਕੁਕੀਜ਼ ਖਾ ਲਈਆਂ, ਉਹ ਫੂਡ ਖਾ ਲਿਆ, ਤੇ ਬੰਦੇ ਦੇ ਅੰਦਰ ਜਿਹੜੇ ਨੇ ਡੌਗਸ ਵਾਲੇ ਜੀਨਸ ਪੈਦਾ ਹੋਣੇ ਸ਼ੁਰੂ ਹੋ ਜਾਣਗੇ? ਨੋ ਵੇ। ਤੁਸੀਂ ਜਿਵੇਂ ਦਾ ਮਰਜ਼ੀ ਫੂਡ ਖਾ ਲਓ, ਇਸ ਅੰਦਰਲੇ ਸਿਸਟਮ ਨੂੰ ਪਤਾ ਆ, ਇਹਨੂੰ ਤੁਹਾਡੇ ਹੀ ਬਾਡੀ ਸੈਲਸ ਦੇ ਵਿੱਚ, ਤੁਹਾਡੇ ਹੀ ਬਲੱਡ ਵਿੱਚ, ਤੁਹਾਡੇ ਹੀ ਜੀਨਸ ਵਿੱਚ ਕਨਵਰਟ ਕਰਨਾ ਉਹਨੇ। ਇਹ ਉਹਦੀ ਮੈਮਰੀ ਪੱਕੀ ਹੈ। ਜਿਹੋ ਜਿਹਾ ਮਰਜ਼ੀ ਫੂਡ ਖਾ ਲਓ, ਜਿਹੋ ਜਿਹੀ ਮਰਜ਼ੀ, ਇਹ ਵੀ ਇੱਕ ਮੈਮਰੀ ਐ ਇਸ ਫਿਜ਼ੀਕਲ ਸਟਰਕਚਰ ਦੀ, ਇਹਨੂੰ ਪੱਕਾ ਯਾਦ ਹੈ ਉਸ ਰੂਪ ਦੇ ਵਿੱਚ। ਕੁਦਰਤ ਨੇ ਜਿਹੜਾ ਇਸ ਨੂੰ ਬਣਾਇਆ ਆ, ਉਹਦੇ ਵਿੱਚ ਉਸ ਤਰੀਕੇ ਨਾਲ ਕਾਰਜਸ਼ੀਲ ਹੁੰਦੀ ਹੈ। ਸੋ ਇਨ ਬਿਨ ਤੁਸੀਂ ਦੇਖੋਗੇ ਕੁਝ ਹੋਰ ਨੇ ਸਾਡੀਆਂ ਸੰਸਕਾਰਿਤ ਮੈਮਰੀਜ਼ ਹੁੰਦੀਆਂ ਨੇ, ਜਿਹੜੀਆਂ ਜਿਸ ਤਰੀਕੇ ਨਾਲ ਕਈ ਵਾਰ ਬੰਦਾ ਪਿਛੋਕੜ ਵਿੱਚੋਂ ਕੁਝ ਚੀਜ਼ਾਂ ਨਾਲ ਲੈ ਕੇ ਆਇਆ। ਤੁਸੀਂ ਦੇਖੋਗੇ ਕਿ ਜੇ ਮੈਂ ਹੁਣੇ ਸਰੋਤ ਦੀ ਗੱਲ ਕੀਤੀ, ਐਨਵਾਇਰਮੈਂਟ ਦੀ ਗੱਲ ਕੀਤੀ, ਫਿਰ ਸੁਰਤੀ ਬਿਰਤੀ ਦੀ ਗੱਲ ਕੀਤੀ, ਤੁਸੀਂ ਪੂਰਾ ਐਨਵਾਇਰਮੈਂਟ ਬਿਲਡ ਕਰ ਲਓ, ਪੂਰਾ ਸੁਰਤੀ ਬਿਰਤੀ ਬਣਾਉਣ ਵਾਸਤੇ ਸਭ ਤਰ੍ਹਾਂ ਦਾ ਮਾਹੌਲ ਬਣਾਓ, ਸਭ ਕੁਝ। ਕੁਝ ਇੰਡੀਵਿਜੂਅਲਸ ਦੇ ਵਿੱਚ ਲਗਾਤਾਰ ਔਗਣ ਹੀ ਵੱਧਦੇ ਜਾਂਦੇ ਨੇ। ਇਹਦਾ ਕਾਰਨ ਕੀ ਹੈ? ਇਹ ਪਿਛੋਕੜ 'ਚੋਂ ਕੋਈ ਸੰਸਕਾਰ ਆ ਰਹੇ ਨੇ। ਇਹ ਕੋਈ ਸੰਸਕਾਰਿਤ ਜਿਹੜੀ ਉਸ ਕਿਸਮ ਦੀ ਜਿਹੜੀ ਹੈ ਚਿਤਵਣੀ ਹੈ, ਮੈਮਰੀ ਹੈ, ਜਿਹੜੀ ਬੜੀ ਜ਼ੋਰਾਵਰ ਆ। ਤੇ ਕਈ ਵਾਰ ਇਹ ਪੂਰਾ ਜੀਵਨ ਵੀ ਲੰਘ ਜਾਂਦਾ, ਤਬਦੀਲੀ ਨਹੀਂ ਆਉਂਦੀ, ਬਦਲਾਅ ਨਹੀਂ ਆਉਂਦਾ ਉਹਦੇ ਵਿੱਚ। ਇਹ ਵੀ ਕਰਤਾਰ ਦਾ ਤਰਸ ਆ, ਕਿਤੇ ਚਿੱਤ ਜਿਹੜਾ ਆ ਉਹ ਹੋੜ ਜਾਏ, ਮੁੜ ਜਾਏ। ਇੱਕ ਇਹੋ ਜਿਹੀ ਚਿਤਵਣੀ, ਇਹੋ ਜਿਹੀ ਜਿਹੜੀ ਅੰਦਰ ਦੀ ਦੁਨੀਆ ਦੀ ਯਾਦ ਦੀ ਦੁਨੀਆ ਬਣ ਜਾਏ, ਜਿਹਦੇ ਵਿੱਚ ਚੰਗੇਰਾਪਨ, ਅਛੇਰਾਪਨ, ਸ਼ੁਭਤਾ, ਮਨੁੱਖਵਾਦਤਾ ਤੇ ਰੱਬ ਵਾਲਾ ਪੱਖ, ਰੱਬ ਦੀ ਯਾਦ ਵਾਲਾ ਕਨਸੈਪਟ, ਉਹ ਕਿਤੇ ਆ ਕੇ ਬਹਿ ਜਾਏ। ਗੁਰੂ ਅਰਜਨ ਸਾਹਿਬ ਨੇ ਬਾਤ ਕੀਤੀ, ਕਹਿਣ ਲੱਗੇ ਹਕੀਕਤ ਇਹ ਹੈ, ਹੁਣ ਅੰਦਰ ਦੀ ਦੁਨੀਆ ਬਦਲ ਗਈ ਹੈ। ਪ੍ਰਭ ਸਿਉ ਲਾਗ ਰਿਹੋ ਮੇਰਾ ਚੀਤ। ਹੁਣ ਚੇਤੇ ਦੇ ਵਿੱਚ ਚਿੰਤਾਵਾਂ ਨਹੀਂ, ਫਿਕਰ ਨਹੀਂ, ਕੋਈ ਹਾਵੇ ਹੌਕੇ ਨਹੀਂ, ਝੋਰੇ ਨਹੀਂ, ਰੁਦਨ ਨਹੀਂ, ਕੋਈ ਹੋਰ ਚੀਜ਼ਾਂ ਨਹੀਂ। ਅਕਾਲ ਪੁਰਖ ਵਾਹਿਗੁਰੂ ਦੀ ਯਾਦ ਹੈ। ਤੇ ਉਹਦੀ ਯਾਦ ਦਾ ਮਾਇਨਾ, ਜਿਹਨੂੰ ਰੱਬ ਚੇਤੇ ਵਿੱਚ ਬੈਠਾ ਆ, ਉਹਦੀ ਜ਼ਬਾਨ ਤੋਂ ਇੱਕੋ ਚੀਜ਼ ਨਿਕਲੇਗੀ, ਸ਼ੁਕਰ ਹੈ, ਸ਼ੁਕਰ ਹੈ। ਗੁਰੂ ਅਰਜਨ ਸਾਹਿਬ ਦਾ ਜੀਵਨ ਪੜ੍ਹ ਕੇ ਦੇਖੋ ਤੁਸੀਂ ਸਾਰਾ। ਹੁਣ ਮਾੜਾ ਜਿਹਾ ਕਿਸੇ ਨੂੰ ਤੱਤਾ ਸੇਕ ਵੀ ਲੱਗੇ, ਤੱਤੀ ਹਵਾ ਵੀ ਲੱਗੇ, ਤੇ ਬੰਦੇ ਦੇ ਮੂੰਹ ਚੋਂ ਨਿਕਲਦਾ ਹੈ, ਹਾਏ ਮਰ ਕੇ, ਆਹ ਕਿੱਥੋਂ ਹਵਾ ਲੱਗ ਗਈ, ਆਹ ਕਿਉਂ ਔਖਾ, ਔਖਿਆਈ ਕਿਉਂ ਆ ਰਹੀ ਜੀਵਨ ਦੇ ਵਿੱਚ। ਗੁਰੂ ਅਰਜਨ ਸਾਹਿਬ ਦਾ ਜੀਵਨ ਪੜ੍ਹੋ। ਮਹਾਰਾਜ ਕਿਸੇ ਤਰੀਕੇ ਨਾਲ ਔਖ ਨੂੰ ਔਖ ਮੰਨਦੇ ਹੀ ਨਹੀਂ। ਉਹਨੇ ਕਿਹਾ ਕੋਈ ਗੱਲ ਨਹੀਂ ਮੰਨਦੇ, ਆਪਾਂ ਪਰਖ ਲੈਂਦੇ ਹਾਂ। ਪਰਖਣ ਵਾਸਤੇ ਕੀ ਕੀਤਾ? ਇਤਿਹਾਸ ਪੜ੍ਹੀਏ ਤੇ ਪਤਾ ਲੱਗਦਾ, ਤੱਤੀ ਤਵੀ ਤੇ ਬਿਠਾਇਆ। ਇਸ ਤੋਂ ਵੱਡੀ ਔਖ ਕੀ ਹੋਏਗੀ? ਇਸ ਤੋਂ ਵੱਡਾ। ਤੇ ਇਹ ਸਾਰੇ ਦੇ ਵਿੱਚ ਕੀ ਆ? ਹੁਣ ਪਤਾ ਲੱਗਿਆ ਅੰਦਰ ਕੀ ਵਸਿਆ। ਗੁਰੂ ਅਰਜਨ ਸਾਹਿਬ ਉਹ ਹਸਤੀ ਸੀਗੇ ਜਿਹੜੇ ਕਹਿੰਦੇ ਸੀ, ਸਭ ਕੋ ਮੀਤ ਹਮ ਆਪਨ ਕੀਨਾ, ਅਸੀਂ ਸਾਰਿਆਂ ਦੇ ਮਿੱਤਰ ਆ ਭਾਈ।
ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਕਿਉਂਕਿ ਸਤਿਗੁਰ ਅੰਦਰੋਂ ਨਿਰਵੈਰ ਹੈ। ਸਤਿਗੁਰੂ ਤੇ ਨਿਰਵੈਰ, ਵੈਰ ਰਹਿਤ ਹੈ, ਵੈਰ ਹੈ ਹੀ ਨਹੀਂ ਸਤਿਗੁਰੂ ਦਾ ਕਿਸੇ ਦੇ ਨਾਲ। ਗੁਰੂ ਸਾਹਿਬ ਬਿਆਨ ਕਰਦੇ ਕਿ ਸਭ ਕੋ ਮੀਤ ਮਾਪਨ ਕੀਨਾ, ਹਮ ਸਭਨਾ ਕੇ ਸਾਜਨ ਸੀ। ਭਈ ਸਭ ਦੀ ਸਾਜਨ ਆ। ਉਹਨਾਂ ਕਿ ਹੁਣ ਪਤਾ ਲੱਗੇਗਾ ਹੁਣ ਕਿਵੇਂ ਸੱਜਣ ਕਹਿਣਗੇ। ਕਹਿਣਗੇ ਸੱਜਣ ਜਹਾਂਗੀਰ ਨੂੰ ਜਿਹਦੇ ਹੁਕਮ ਨਾਲ ਹੋ ਰਿਹਾ, ਕਹਿਣਗੇ ਸੱਜਣ ਉਸ ਕਾਜ਼ੀ ਨੂੰ ਜਿਹੜਾ ਫਤਵਾ ਲਗਾ ਰਿਹਾ, ਕਹਿਣਗੇ ਸੱਜਣ ਉਸ ਮੁਰਜ਼ਾ ਖਾਨ ਨੂੰ ਜਿਹੜਾ ਸਾਰੇ ਕਾਸੇ ਨੂੰ ਬਿਲਕੁਲ ਆਪਣੀ ਕਮਾਂਡ ਵਿੱਚ ਕਰਾ ਰਿਹਾ, ਕਹਿਣਗੇ ਸੱਜਣ ਇਸ ਚੰਦੂ ਨੂੰ ਜਿਹੜਾ ਸਭ ਕਾਸੇ ਨੂੰ ਜਿਹੜਾ ਹੈਗਾ ਹੋਂਦ ਵਿੱਚ ਲਿਆਉਣ ਵਾਸਤੇ ਸਾਰਾ ਰੋਲ ਪਲੇ ਕਰ ਰਿਹਾ ਹੈਗਾ, ਉਸ ਭੜਪੂੰਜੇ ਨੂੰ ਜਿਹੜਾ ਸਿਰ ਵਿੱਚ ਕੜਛੇ ਭਰ ਭਰ ਕੇ ਰੇਤ ਦੇ ਪਾ ਰਿਹਾ ਹੈਗਾ, ਜਿਹੜਾ ਭਾਂਬੜ ਮਚਾ ਰਿਹਾ ਲਗਾਤਾਰ, ਲੋਹ ਦੇ ਥੱਲੇ ਸਭ ਚੀਜ਼ਾਂ ਹੋ ਰਹੀਆਂ। ਤਵਾਰੀਖ ਇਹ ਕਹਿੰਦੀ ਹੈ ਗੁਰੂ ਅਰਜਨ ਸਾਹਿਬ ਜਿੰਨੀ ਦੇਰ ਤੱਕ ਹੋਸ਼ੋ ਹਵਾਸ ਵਿੱਚ ਰਹੇ, ਕਿਉਂਕਿ ਜਦੋਂ ਇਤਨੇ ਤਸੀਹੇ ਸਰੀਰ ਨੂੰ ਦਿੱਤੇ ਜਾਣਗੇ, ਇੱਕ ਲੈਵਲ 'ਤੇ ਜਾ ਕੇ ਸਰੀਰ ਦੀ ਇੱਕ ਫਿਜ਼ੀਕਲ ਸਾਈਡ ਤੋਂ ਪਾਇਆ ਹੈ ਉਹ ਬਰਦਾਸ਼ਤ ਕੁਝ ਸਮੇਂ ਤੱਕ ਹੀ ਕਰ ਸਕਦਾ। ਉਸ ਤੋਂ ਬਾਅਦ ਕੁਦਰਤ ਦਾ ਨਿਯਮ ਆ, ਸਾਡੀ ਕੌਨਸ਼ੀਅਸ ਖਤਮ ਹੋ ਜਾਂਦੀ ਹੈ। ਕਿਉਂਕਿ ਇਹੀ ਹੈ ਨਾ, ਇਹ ਜੀਵਨ ਹੈ, ਇਹ ਸਟਰਕਚਰ ਹੀ ਇਸ ਤਰੀਕੇ ਦਾ ਬਿਲਡ ਕੀਤਾ। ਜਿੰਨੀ ਦੇਰ ਤੱਕ ਹੋਸ਼ੋ ਹਵਾਸ ਰਹੀ, ਗੁਰੂ ਸਾਹਿਬ ਦੀ ਜ਼ਬਾਨ ਤੋਂ ਇੱਕੋ ਹੀ ਲਫ਼ਜ਼ ਨਿਕਲਦਾ ਰਿਹਾ, ਤੇਰਾ ਕੀਆ ਮੀਠਾ ਲੱਗਾ। ਸ਼ੁਕਰ ਹੋਰ ਕੀ ਹੈ, ਚਿੱਤ ਵਿੱਚ ਕੁਝ ਹੈ ਹੀ ਨਹੀਂ। ਨਫ਼ਰਤ ਬੀਜੀ ਹੋਏ ਤਾਂ ਨਿਕਲੇ ਨਾ। ਜੇ ਕਿਸੇ ਕਿਸਮ ਦਾ ਕਿਸੇ ਦੇ ਪ੍ਰਤੀ ਵੈਰ ਵਿਰੋਧਤਾ ਬੀਜੀ ਹੋਏ ਤਾਂ ਨਿਕਲੇ। ਭਈ ਉਹ ਤੇ ਉਹਦਾ ਫਾਲਟ ਆ, ਉਹ ਇਸ ਰੂਪ ਦੇ ਵਿੱਚ ਜਿਹੜਾ ਆ ਉਹ ਔਗਣ ਕਮਾ ਰਿਹਾ ਆ, ਉਹ ਵੈਰ ਕਮਾ ਰਿਹਾ। ਭਈ ਸਾਡੇ ਵੱਲੋਂ ਤਾਂ ਕੋਈ ਵੈਰ ਨਹੀਂ ਗਾ, ਅਸੀਂ ਤੇ ਸਭ ਨੂੰ ਮਿੱਤ ਬਣਾਇਆ, ਅਸੀਂ ਤੇ ਸਭ ਦੇ ਨਾਲ ਸਾਂਝ ਪਾਈ ਹੈ, ਚਿੱਤ ਵਿੱਚ ਹੈ ਹੀ ਨਹੀਂ ਵਿਰੋਧਤਾ ਕਿਸੇ ਕਿਸਮ ਦੀ। ਸੋ ਇਹ ਰੂਪ ਹੈ ਜਦੋਂ ਚਿਤਵਣੀ ਇੰਨੀ ਤਬਦੀਲ ਹੋ ਜਾਏ, ਫਿਰ ਜੈਸੇ ਮਰਜੀ ਹਾਲ ਹਾਲਾਤ ਹੋਣ, ਅੰਦਰੋਂ ਇੱਕੋ ਹੀ ਚੀਜ਼ ਨਿਕਲਦੀ ਹੈ, ਸ਼ੁਕਰ ਹੈ, ਧੰਨਵਾਦ ਹੈ ਮਾਲਕ ਤੇਰਾ, ਰੋਮ ਰੋਮ ਧੰਨਵਾਦ ਆ। ਇਹੀ ਸਿਮਰਨ ਹੈ। ਇਹਨੂੰ ਗੁਰੂ ਸਾਹਿਬ ਨੇ ਕਿਹਾ ਪ੍ਰਭ ਸਿਓ ਲਾਗ ਰਿਹੋ ਮੇਰਾ ਚੀਤ, ਤੇ ਸਮਝ ਆ ਗਈ ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਉਹ ਜਿਹੜਾ ਆਦ ਅੰਤ ਪ੍ਰਭ ਸਦਾ ਸਹਾਈ, ਅਖੀਰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿਹਦੀ ਸਹਾਇਤਾ ਕਦੀ ਜਾਂਦੀ ਨਹੀਂ ਗੀ। ਕਿਉਂਕਿ ਕਈ ਵਾਰ ਇਹ ਹੁੰਦਾ ਅਸੀਂ ਡਰ ਵਿੱਚ ਜੀਨੇ ਹਾਂ, ਤੇ ਸਾਨੂੰ ਲੱਗਦਾ ਹੈ ਜੇਕਰ ਇਹੋ ਜਿਹੇ ਹਾਲਾਤ ਸਾਨੂੰ ਨਾ ਮਿਲੇ ਜਿਵੇਂ ਅਸੀਂ ਚਾਹੁੰਦੇ ਹਾਂ, ਤੇ ਫਿਰ ਤੇ ਸਮਝੋ ਕਿ ਸਾਨੂੰ ਰੱਬ ਦੀ ਜਾਂ ਸਾਨੂੰ ਆਲੇ ਦੁਆਲੇ ਦੀ ਸਹਾਇਤਾ ਨਾ ਮਿਲੀ। ਹੈਲਪ ਤੇ ਇਹੀ ਹੈ ਜਿਹੜੀ ਸਾਡੇ ਮੁਤਾਬਕ ਮਿਲੇ। ਹਕੀਕਤ ਇਹ ਹੈ ਕੁਦਰਤ ਮਦਦਗਾਰ ਹੈ, ਕਿਉਂਕਿ ਕੁਦਰਤ ਨੇ ਜੋ ਜੀਵਨ ਦਿੱਤਾ ਆ, ਜੋ ਸਰਕਮਸਟੈਂਸਸ ਬਣਾਏ ਨੇ, ਉਹਨੇ ਵੱਡੇ ਹੁਕਮ ਵਿੱਚ ਬਣਾਏ ਨੇ। ਤੁਸੀਂ ਉਹਦੇ ਹੁਕਮ ਨੂੰ ਪਾਲੋ, ਜੋ ਤੁਹਾਡੇ ਫਰਜ਼ ਨੇ, ਜੋ ਤੁਹਾਡੇ ਫਰਜ਼ਾਤ ਨੇ, ਉਹਨਾਂ ਨੂੰ ਨਿਭਾਓ। ਬਾਕੀ ਜੋ ਰੈਸਟ ਆਫ ਐਕਚੁਅਲੀ ਐਲਸ ਲੀਵ ਟੂ ਵਰਡ ਵਾਹਿਗੁਰੂ ਜੀ, ਉਹਦੇ ਤੇ ਛੱਡ ਦਿਓ। ਉਸ ਰੂਪ ਦੇ ਵਿੱਚ ਸਾਡੇ ਘਰਾਂ 'ਚੋਂ ਜਿਹੜੀਆਂ ਸ਼ਹਾਦਤਾਂ ਤੇ ਏਡੇ ਏਡੇ ਵੱਡੇ ਰੰਗ ਇੱਥੋਂ ਹੀ ਪੈਦਾ ਹੋਏ ਨੇ ਸਾਰੇ। ਤੇ ਇਹਦਾ ਜਿਹੜਾ ਫਰੂਟ ਆ, ਤੁਸੀਂ ਅੱਜ ਵੀ ਤੁਸੀਂ ਦੇਖੋ, ਮਤਲਬ ਜੋ ਅੱਜ ਉਸ ਭਾਰਤੀ ਖਿੱਤੇ ਦੇ ਵਿੱਚ ਦਿੱਲੀ ਤੋਂ ਬਾਹਰ ਮੀਲਾਂ ਦੇ ਮੀਲ ਤੱਕ ਕਿਸਾਨ ਖੜੇ ਨੇ, ਅਨਪ੍ਰੈਸੀਡੈਂਟ ਆ। ਪੂਰੀ ਦੁਨੀਆ ਵੇਖ ਰਹੀ ਹੈ ਵੀ ਐਵੇਂ ਕਿਵੇਂ ਹੋ ਸਕਦਾ ਆ, ਤੇ ਇਹਦੇ 'ਚ ਲੀਡਿੰਗ ਰੋਲ ਤੁਹਾਡਾ ਆ ਰਿਹਾ ਸਿੱਖੀ 'ਚ ਪਰਨਾਏ ਲੋਕਾਂ ਦਾ। ਇਹ ਗੁਰੂ ਸਾਹਿਬ ਦੀ ਕਮਾਲੇ ਕਰਾਮਾਤ ਆ, ਜਿਹੜੀ ਚੀਜ਼ ਅਸੀਂ ਐਕਸਰਸਾਈਜ਼ ਕਰਦੇ ਆ ਨਾ। ਕਿਉਂਕਿ ਬੰਦੇ ਨੂੰ ਸਭ ਤੋਂ ਵੱਡੀ ਗੱਲ ਕੀ ਹੈ, ਬੰਦੇ ਦੇ ਜ਼ਿਹਨ ਦੇ ਵਿੱਚ ਜੇ ਡਰ ਹੋਏਗਾ, ਲਾਲਚ ਹੋਏਗਾ, ਬੰਦਾ ਪ੍ਰੋਪਰ ਵਿਹਾਰ ਨਹੀਂ ਕਰ ਸਕੇਗਾ। ਜਿੱਥੇ ਬੰਦਾ ਥੋੜਾ ਜਿਹਾ ਡਰ ਤੋਂ ਮੁਕਤ ਹੋਏਗਾ, ਤੇ ਦੂਸਰਾ ਸਿਰਫ ਆਪਣੇ ਨਿੱਜ ਸਵਾਰਥ ਵਾਸਤੇ, ਇਕੱਲੇ ਵਾਸਤੇ ਨਹੀਂ ਖੜਾ, ਸਭ ਦੇ ਭਲੇ ਲਈ, ਸਭ ਦੇ ਕਲਿਆਣ ਲਈ ਅਗਰਸਰ ਹੈ। ਗੁਰੂ ਸਾਹਿਬ ਨੇ ਇਹ ਚੀਜ਼ ਸਿਖਾਈ ਸੀ, ਸਭ ਦੇ ਕਲਿਆਣ 'ਚ ਤੇਰਾ ਕਲਿਆਣ ਹੈ। ਫਿਰ ਤੇ ਚੀਜ਼ਾਂ ਆਪਣੇ ਆਪ, ਤੇ ਸਾਰੀ ਕੁਦਰਤ ਜਿਹੜੀ ਹੈ ਆਦ ਅੰਤ ਪ੍ਰਭ ਸਦਾ ਸਹਾਈ, ਉਹ ਸਹਾਈ ਹੁੰਦੀ ਹੈ। ਸਾਰੀ ਕੁਦਰਤ ਮਦਦਗਾਰ ਹੋਣ ਲਈ ਆ ਜਾਂਦੀ ਹੈ। ਨਹੀਂ ਤੇ ਬੰਦਾ ਕਈ ਵਾਰੀ ਸੋਚਦਾ ਵੀ ਲੈ ਮੈਂ ਇਕੱਲਾ ਕੀ ਕਰਾਂਗਾ, ਜਾਂ ਅਸੀਂ ਛੋਟੀ ਜਿਹੀ ਨਫਰੀਆਂ ਸੀ ਕੀ ਕਰਾਂਗੇ। ਗੁਰੂ ਸਾਹਿਬ ਨੇ ਦਿਖਾਇਆ, ਗੁਰੂ ਸਾਹਿਬ ਕਹਿੰਦੇ ਤੁਸੀਂ ਸੱਚ ਤੇ ਪਹਿਰਾ ਦਿਓ, ਬਾਕੀ ਕੁਦਰਤ ਸਾਰੀ ਤੁਹਾਡੇ ਵਾਸਤੇ ਖੜੀ ਹੈ।
ਸਾਰੀ ਕਾਇਨਾਤ ਵਿੱਚ ਕੋਈ ਸੱਚ ਤੇ ਆਪ ਰਵਿਆ, ਜ਼ਰਰੇ ਜ਼ਰਰੇ 'ਚ ਮੌਜੂਦ ਹੈ। ਤੁਸੀਂ ਸਿਰਫ ਸਹੀ ਪੈਂਤੜਾ ਲੈਣਾ ਹੈ, ਬਾਕੀ ਚੀਜ਼ਾਂ ਇਵੋਲਵ ਹੋ ਜਾਣੀਆਂ ਨੇ ਆਪਣੇ ਆਪ, ਉਹਦੇ ਆਲੇ ਦੁਆਲੇ ਖੜੀਆਂ ਹੋ ਜਾਣਗੀਆਂ। ਜਿਵੇਂ ਜਦੋਂ ਜੀਵਨ ਪ੍ਰਾਰੰਭ ਹੁੰਦਾ ਹੈ, ਜੀਵਨ ਦੀ ਸੱਤਿਆ ਇੱਕ ਬਹੁਤ ਰੇਸ਼ੇ ਮਾਤਰ, ਜਿਹਨੂੰ ਸਾਹਿਬ ਨੇ ਕਿਹਾ ਸੀ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਪਿਤਾ ਦਾ ਬਿੰਦਨ ਤੇ ਮਾਂ ਦਾ ਰਕਤ ਐਗ ਜਿਹੜਾ ਬਹੁਤ ਵਾਲ ਦੇ ਰੇਸ਼ੇ ਤੋਂ ਵੀ ਛੋਟਾ ਆ, ਪਰ ਉਹਦੇ ਆਲੇ ਦੁਆਲੇ ਪੂਰੀ ਜ਼ਿੰਦਗੀ ਇਵੋਲਵ ਹੋ ਜਾਂਦੀ ਹੈ। ਪੂਰੇ ਦਾ ਪੂਰਾ ਜਿਹੜਾ ਆ ਜੀਵਨ ਉਸਰ ਜਾਂਦਾ ਆ। ਇਹ ਕਰਤਾਰੀ ਕੁਦਰਤ ਆ। ਜਿਸ ਚਿੱਤ ਵਿੱਚ ਪ੍ਰਭੂ ਦੀ ਅਹਿਸਾਸੀਅਤ ਹੈ, ਉਸ ਅਹਿਸਾਸੀਅਤ ਵਿੱਚੋਂ ਜਿਹੜਾ ਅਮਲ ਨਿਕਲੇਗਾ, ਜੋ ਅਮਲ ਵਾਕਿਆ 'ਚ ਹੀ ਰੱਬ ਦੀ ਯਾਦ ਤੇ ਚਿੱਤ ਵਾਲਾ ਆ, ਚੀਜ਼ਾਂ ਉਸੇ ਤਰ੍ਹਾਂ ਇਨਵੋਲਵ ਹੋ ਜਾਣਗੀਆਂ ਸਾਰੇ ਦੀਆਂ ਸਾਰੀਆਂ। ਗੁਰੂ ਸਾਹਿਬ ਨੇ ਕਿਹਾ ਆਦ ਅੰਤ ਪ੍ਰਭ ਸਦਾ ਸਹਾਈ, ਤੇ ਫਿਰ ਸ਼ੁਕਰ ਕਰਦਿਆਂ ਹੋਇਆ ਕਿਹਾ ਧੰਨ ਹਮਾਰਾ ਮੀਤ। ਮੈਂ ਉਸ ਮਿੱਤ ਦਾ ਧੰਨਵਾਦ ਕਰਦਾ ਹਾਂ। ਗੁਰੂ ਅਰਜਨ ਸਾਹਿਬ ਕਹਿ ਰਹੇ ਨੇ। ਤੇ ਇਹਦੇ ਬਾਬਤ ਇਹ ਵੀ ਕਿਹਾ ਜਾਂਦਾ, ਗੁਰੂ ਸਾਹਿਬ ਨੇ ਤਵੀ ਤੇ ਬੈਠ ਕੇ ਵੀ ਬਾਤ ਕਹਿ ਦਿੱਤੀ ਸੀ ਕਿ ਜਿਸ ਕਿਛ ਕਰਨਾ ਸੋ ਹਮਾਰਾ ਮੀਤ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਆਪਾਂ ਮਿੱਤੀ ਉਹਨੂੰ ਬਣਾ ਲਿਆ ਜਿਹਦੇ ਕਰਤਬ ਬੜੇ ਕੌਸ਼ਲ ਨਾਲ ਭਰੇ ਹੋਏ ਨੇ, ਬੜੇ ਕਮਾਲ ਨੇ, ਸਾਡੀ ਕਈ ਵਾਰ ਸਮਝ ਨਹੀਂ ਆਉਂਦੀ। ਹਕੀਕਤ ਹੈ ਉਸ ਪੂਰੇ ਖਿੱਤੇ ਦੀ ਤਵਾਰੀਖ ਬਦਲੀ ਗੁਰੂ ਅਰਜਨ ਸਾਹਿਬ ਨੇ। ਤੇ ਅੱਜ ਉਹਨਾਂ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ, ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਸ਼ਹੀਦਾਂ ਦੇ ਸਿਰਤਾਜ। ਮਤਲਬ ਉਸ ਖਿੱਤੇ ਦੇ 'ਚ ਜਿਨ੍ਹਾਂ ਨੇ ਲੋਕਾਂ ਨੂੰ ਸਿਖਾਇਆ ਕਿ ਜਿਉਣਾ ਵੀ ਕਿਵੇਂ ਆ ਤੇ ਮਰਨਾ ਵੀ ਕਿਵੇਂ ਆ। ਇਸ ਰੂਪ ਵਿੱਚ ਗੁਰੂ ਅਰਜਨ ਸਾਹਿਬ ਏਡੀ ਵੱਡੀ ਉਪਾਧੀ ਦੇ ਮਾਲਕ ਬਣੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਦੱਸਦੀਆਂ ਨੇ ਕਿ ਕਰਤਾਰ ਉਹ ਬੜਾ ਬੇਅੰਤ ਆ। ਜੋ ਕਰਾਉਂਦਾ ਸਾਡੇ ਤੋਂ, ਜੇ ਅਸੀਂ ਇਮਾਨਦਾਰੀ ਨਾਲ, ਸਾਡੀ ਸੁਰਤ ਤੇ ਸਰੋਤ ਚੰਗੀ ਹੈ, ਅਸੀਂ ਉਸ ਬਿਰਤੀ ਦੇ ਧਾਰਨੀ ਹੋ ਗਏ ਆ, ਸਾਡੀ ਚਿਤਵਣੀ ਵਿੱਚ ਉਹਦਾ ਰੂਪ ਆ ਕੇ ਬੈਠ ਗਿਆ ਆ, ਫਿਰ ਅੰਦਰੋਂ ਇੱਕ ਆਵਾਜ਼ ਨਿਕਲੇਗੀ ਧੰਨ ਹਮਾਰਾ ਮੀਤ। ਫਿਰ ਉਹ ਮਿੱਤ ਦੀ ਧਨਤਾ ਜਿਹੜੀ ਹੈ ਤੁਸੀਂ ਆਪ ਮੁਹਾਰੇ ਕਹੋਗੇ। ਸ਼ੁਰੂਆਤੀ ਬਚਨ ਹੈ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਅਸੀਂ ਕਈ ਵਾਰੀ ਸੋਚਦੇ ਹਾਂ ਜਾਂ ਇਹਨੂੰ ਪੜ੍ਹਨ ਲੱਗਿਆਂ ਵੀ ਕਈ ਵਾਰੀ ਪੜ੍ਹ ਜਾਂਦੇ ਹਾਂ, ਔਖੀ ਘੜੀ ਨਾ ਦੇਖਣ ਦੇਈ। ਨੇਜ਼ਲ ਸਾਊਂਡ ਨਹੀਂ ਹੈਗਾ, ਨਾਸਕੀ ਉਚਾਰਨ ਨਹੀਂ ਹੈਗਾ, ਦੇਈ ਹੈ। ਇਹਦਾ ਮਤਲਬ ਹੈ ਕਿ ਜਦੋਂ ਕਰਤਾਰ ਸਾਡੀ ਚਿਤਵਨੀ 'ਚ ਆ ਜਾਂਦਾ ਆ, ਉਹ ਇੱਕ ਘੜੀ ਪਲ ਲਈ ਵੀ ਸਾਨੂੰ ਔਖ ਵੇਖਣ ਨੂੰ ਨਹੀਂ ਦਿੰਦਾ। ਔਖ ਵੇਖਣ ਨੂੰ ਨਾ ਦੇਣਾ। ਅਸੀਂ ਗੁਰੂ ਸਾਹਿਬ ਦੇ ਹੋਰ ਸ਼ਬਦਾਂ ਨੂੰ ਪੜ੍ਹੀਏ। ਗੁਰੂ ਤੇਗ ਬਹਾਦਰ ਸਾਹਿਬ ਸ਼ਬਦ ਪੜ੍ਹਦੇ ਹਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਂ ਕੈ, ਕੰਚਨ ਮਾਟੀ ਮਾਨੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਦੁੱਖ ਜੀਵਨ ਦਾ ਮੂਲ ਹੈ, ਇਹ ਆਏਗਾ। ਤਕਲੀਫਾਂ ਹਰ ਹਾਲ ਵਿੱਚ ਆਉਣਗੀਆਂ ਤੇ ਚੰਗੀ ਚੀਜ਼ ਵੀ ਹੈ। ਦੁੱਖ ਦਾ ਆਉਣਾ ਜੀਵਨ ਵਿੱਚ ਬੜਾ ਜ਼ਰੂਰੀ ਹੈ। ਜੀਵਨ ਇੱਥੋਂ ਤੱਕ ਵੀ ਬਾਤ ਕਹੀ ਜਾਂਦੀ ਹੈ ਕਿ ਸਪੋਜ਼ ਜਿਵੇਂ ਅਸੀਂ ਕਈ ਵਾਰੀ ਡਰਦੇ ਹਾਂ, ਮੈਂ ਤੇ ਮੈਂਟਲ ਹੈਲਥ 'ਚ ਕੰਮ ਕਰ ਰਿਹਾ ਲੰਬੇ ਸਮੇਂ ਤੋਂ, ਤੇ ਬਿਮਾਰ ਸ਼ਮਾਰ ਨਾ ਹੋਏ ਬੰਦਾ, ਜਾਂ ਬੱਚੇ ਘਰਾਂ 'ਚ ਉਹਨਾਂ ਨੂੰ ਨਜ਼ਲਾ ਜ਼ੁਕਾਮ ਬੁਖਾਰ ਵਗੈਰਾ ਨਾ ਹੋਏ। ਸਾਡੀ ਸਟੱਡੀ 'ਚ ਦੱਸਦੀਆਂ ਨੇ ਬੱਚਿਆਂ ਨੂੰ ਖੰਘ ਜ਼ੁਕਾਮ ਨਜ਼ਲਾ ਬੁਖਾਰ ਵਗੈਰਾ ਹੋਣਾ ਬੜਾ ਜ਼ਰੂਰੀ ਹੈ। ਇਹਦੇ ਮੁੱਖ ਰੂਪ ਵਿੱਚ ਕਾਰਨ ਇਹ ਨੇ, ਇੱਕ ਤੇ ਉਹਨਾਂ ਦਾ ਇਮਿਊਨ ਸਿਸਟਮ ਟੈਸਟ ਹੁੰਦਾ ਰਹਿੰਦਾ ਵਕਤ ਬਾ ਵਕਤ। ਦੂਸਰਾ, ਉਹਨਾਂ ਨੂੰ ਪਤਾ ਲੱਗਦਾ ਆ ਕਿ ਆਖਰਕਾਰ ਜੇ ਬੁਖਾਰ ਚੜ੍ਹ ਜੇ, ਸਿਰ ਦਰਦ ਹੋਏ, ਕੁਝ ਇਹੋ ਜਿਹਾ ਹੋਏ, ਉਹਦੇ ਨਾਲ ਕੋਪ ਕਿਵੇਂ ਕਰਨਾ ਆ। ਜੇ ਕਿਤੇ ਨਾ ਕੋਈ ਬੁਖਾਰ ਨਜ਼ਲਾ ਜ਼ੁਕਾਮ ਕੋਈ ਸਾਲ 2 ਸਾਲ 3 ਸਾਲ ਆਇਆ ਤੇ ਕਿਤੇ ਇੱਕਦਮ ਆ ਗਿਆ, ਉਹਨਾਂ ਨੂੰ ਇਹੀ ਭੁੱਲ ਜਾਣਾ ਕੋਪ ਕਿਵੇਂ ਕਰਨਾ ਹੈ। ਸੋ ਇਹ ਚੀਜ਼ ਜਿਹੜੀ ਹੈ ਟੈਸਟ ਕਰਦੀ ਰਹਿੰਦੀ ਹੈ। ਥੋੜ੍ਹੀ ਬਹੁਤੀ ਤਕਲੀਫ ਚੈਲੰਜ ਬੰਦੇ ਨੂੰ ਆਉਂਦੇ ਰਹਿਣ, ਬੰਦਾ ਦਰੁਸਤ ਰਹਿੰਦਾ, ਠੀਕ ਰਹਿੰਦਾ ਆ। ਜਿਹੜੀ ਔਖ ਆ ਜੀਵਨ ਦੀ, ਜਿਹੜੀ ਥੋੜ੍ਹੀ ਬਹੁਤੀ ਮੁਸ਼ਕਿਲ ਤਕਲੀਫ ਹੈ, ਜ਼ਿੰਦਗੀ ਨੂੰ ਚੰਗੀ ਸ਼ੇਪ ਦਿੰਦੀ, ਬਣਾਉਣ 'ਚ ਮਦਦ ਕਰਦੀ ਹੈ। ਗੁਰੂ ਬਾਬਾ ਜੀ ਕਿਹਾ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਉਹ ਆਪਣੇ ਬਿਰਧ ਨੂੰ ਪਾਲਦਾ ਆ, ਜਿਹਦੀ ਚਿਤਵਣੀ 'ਚ ਰੱਬ ਦਾ ਅਹਿਸਾਸ ਆ। ਮੁਸ਼ਕਿਲਾਂ ਤਕਲੀਫਾਂ ਸਭ ਤੋਂ ਵੱਡੀ ਚੀਜ਼ ਇਹ ਕਰਦੀਆਂ ਨੇ, ਤੁਹਾਡਾ ਪੇਸ਼ੈਂਸ, ਤੁਹਾਡੇ ਧੀਰਜ ਨੂੰ ਚੈੱਕ ਕਰਦੀਆਂ ਨੇ। ਜਿਹੜਾ ਬੰਦਾ ਧੀਰਜ ਵਾਲਾ ਹੁੰਦਾ ਹੈ ਉਹ ਜੇਤੂ ਹੁੰਦਾ ਹੈ। ਜਿਹੜਾ ਬੰਦਾ ਘਬਰਾ ਜਾਂਦਾ ਹੈ ਉਹ ਹਾਰ ਜਾਂਦਾ ਹੈ। ਜਿਹਦੀ ਚਿਤਵਣੀ 'ਚ ਰੱਬ ਦਾ ਨਾਮ ਬੈਠਾ, ਉਹਨੂੰ ਪਤਾ ਆ ਕਰਨ ਕਰਾਉਣ ਵਾਲਾ ਉਹੀ ਹੈ। ਕੋਈ ਗੱਲ ਨਹੀਂ, ਮੁਸ਼ਕਿਲ ਆਈ ਹੈ, ਬੌੜੀ ਵੀ ਕਰੇਗਾ ਉਹ। ਇੱਕ ਚੀਜ਼ ਇਹ ਵੀ ਅਹਿਸਾਸ ਵਿੱਚ ਰੱਖੀਏ, ਜੇ ਸੁੱਖ ਸਦਾ ਰਹਿਣ ਵਾਲਾ ਨਹੀਂ, ਦੁੱਖ ਵੀ ਸਦਾ ਰਹਿਣ ਵਾਲਾ ਨਹੀਂ।
ਜੇ ਜਿੰਨੀ ਲੰਬਾਈ ਦਿਨ ਦੀ ਓਨੀ ਹੀ ਰਾਤ ਦੀ ਹੈ, ਵੱਧ ਨਹੀਂ ਹੈ। ਚੇਤੇ ਰੱਖੋ ਇਸ ਚੀਜ਼ ਨੂੰ। ਹਨੇਰਾ ਹੈ, ਮਿਟ ਜਾਏਗਾ। ਮੱਸਿਆ ਵਰਗੀ ਕਾਲੀ ਰਾਤ ਵੀ ਜਿਹੜੀ ਹੈ ਉਹ ਵੀ ਲੰਮੀ ਨਹੀਂ ਚੱਲਦੀ। ਸੋ ਸਾਹਿਬ ਨੇ ਕਿਹਾ ਉਹ ਆਪਣਾ ਬਿਰਧ ਸੰਭਾਲਦਾ ਆ, ਬੌੜੀ ਕਰਦਾ ਆ। ਜਿਹਨੂੰ ਇਸ ਅਹਿਸਾਸ ਚਿਤਵਨੀ 'ਚ ਆ ਗਿਆ, ਆਪਣਾ ਬਿਰਧ ਸੰਭਾਲੇ। ਹਾਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤਿਪਾਲੇ। ਉਹ ਹੱਥ ਦੇ ਕੇ ਬਚਾਉਂਦਾ। ਸਵਾਸ ਸਵਾਸ, ਇੱਕ ਇੱਕ ਸਾਹ। ਜੇ ਅਸੀਂ ਸਾਹ ਲੈਂਦੇ ਹਾਂ, ਅੱਜ ਅਸੀਂ ਕਰੋਨਾ ਵਾਇਰਸ COVID-19 ਦੇ ਇਸ ਮਾਹੌਲ ਵਿੱਚੋਂ ਲੰਘ ਰਹੇ ਹਾਂ, ਤੇ ਆਪ ਦੇਖਦੇ ਹੋ ਸਾਡੇ ਰੈਸਪੀਟਰੀ ਸਿਸਟਮ 'ਤੇ ਉਹਦਾ ਇਫੈਕਟ ਪੈਂਦਾ ਆ। ਜਦੋਂ ਕਿਤੇ ਬੰਦੇ ਨੂੰ ਰੱਬ ਨਾ ਕਰਿਆ ਉਸ ਤਰੀਕੇ ਨਾਲ ਸਾਨੂੰ 2-4 ਹੋਣਾ ਪਏ, ਪਰ ਜੇ ਸੁਸਾਇਟੀ 'ਚ ਹੈ ਤਾਂ ਕਈ ਵਾਰ ਹੋਣਾ ਪੈਂਦਾ ਆ। ਜੇ ਹੋਣਾ ਪਏ ਤਾਂ ਸਾਹ ਬਰ ਸਾਹ ਬੰਦੇ ਨੂੰ ਔਖਿਆਈ ਆਉਂਦੀ ਹੈ, ਤਕਲੀਫ ਆਉਂਦੀ ਹੈ। ਤੇ ਜੇ ਆਮ ਹਾਲਤਾਂ ਵਿੱਚ ਦੇਖੀਏ ਤੇ ਹਕੀਕਤ ਇਹ ਸਾਨੂੰ ਪਤਾ ਨਹੀਂ ਸਾਨੂੰ ਸਾਹ ਆ ਰਿਹਾ। ਹਕੀਕਤ ਇਹ ਹੈ ਉਹ ਜਿਹੜਾ ਸਾਸ ਪ੍ਰਤਿਪਾਲਣ ਵਾਲੀ ਪੱਖ ਹੈ ਨਾ, when we inhale oxygen inside, that oxygen converts in life. ਖਿੱਚੀ ਹੋਈ ਅੰਦਰ ਹਵਾ ਜ਼ਿੰਦਗੀ ਵਿੱਚ ਬਦਲਦੀ ਹੈ। ਇਹ ਉਹਦੀ ਤੇ ਨਵਾਜ਼ਿਸ਼ ਹੈ ਸਾਰੇ ਦੀ ਸਾਰੀ। ਅੰਤਲੇ ਬਚਨ ਨੇ ਬਿਲਕੁਲ, ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ। ਇਸ ਅਚਰਜ ਕਰ ਦੇਣ ਵਾਲੇ ਕੌਤਕ ਨੂੰ ਵੇਖ ਕੇ ਗੁਰੂ ਸਾਹਿਬ ਕਹਿੰਦੇ ਮਨ ਵਿੱਚ ਬਿਲਾਸ ਹੈ, ਇੰਤਹਾ ਦੀ ਖੁਸ਼ੀ ਹੈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈਏ। ਨਾਨਕ ਪ੍ਰਭੂ ਨੂੰ ਹਮੇਸ਼ਾ ਸਿਮਰਦਾ ਰਹੋ, ਕਿਉਂਕਿ ਉਹਦੇ ਸਿਮਰਨ ਦੇ ਨਾਲ ਹੀ ਜਿਹੜੀ ਉਹਦੀ ਬਿਰਧ ਪਾਲਕ ਸੁਭਾਅ ਵਾਲੀ ਅਹਿਸਾਸੀਅਤ ਹੈ ਸੁਰਤੇ 'ਚ ਰਹੇਗੀ, ਤੇ ਇਹਦੇ ਨਾਲ ਸਾਡੀ ਚੜ੍ਹਦੀ ਕਲਾ ਹੋਏਗੀ। ਅਕਾਲ ਪੁਰਖ ਵਾਹਿਗੁਰੂ ਮਾਲਕ ਸਾਨੂੰ ਤੌਫੀਕੀਅਤ ਦੇਵੇਗਾ, ਤੇ ਇੰਝ ਲੱਗੇਗਾ ਜਿਵੇਂ ਸਾਡੀ ਪੈਜ ਉਹ ਆਪ ਲੱਜ ਪਾਲ ਰਿਹਾ, ਸਾਨੂੰ ਆਪ ਉਹ ਨਵਾਜ ਰਿਹਾ ਹੈ ਆਪਣੇ ਬਰਕਤ ਤੇ ਬਖਸ਼ਿਸ਼ ਦੇ ਨਾਲ। ਇੰਨੀਆਂ ਕੁ ਬਿਨਤੀਆਂ ਨਾਲੇ ਮਾਫੀ ਚਾਹਾਂਗਾ, ਭੁੱਲਾਂ ਗਲਤੀਆਂ ਨਾ ਚਤਾਰਨੀਆਂ। ਸਭ ਪ੍ਰੇਮ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।